ਕਹਿੰਦਾ ਨਾ ਮਿਸ਼ਨਰੀ ਨਾ ਟਕਸਾਲੀ ਹਾਂ, ਨਾ ਕਾਂਗਰਸੀਆ ਨਾ ਅਕਾਲੀ ਹਾਂ, ਵਾਹ। ਇੱਕ ਸੁੱਕਦੇ ਹੋਏ ਬਾਗ ਦਾ ਮਾਲੀ ਹਾਂ, ਤੇਰੀ ਰਹਿਮਤ ਦਾ ਮੀਂਹ ਮੰਗਦਾ ਹਾਂ, ਸਿੱਖੀ ਲਈ ਜਾਨ ਵੀ ਹਾਜ਼ਰ ਹੈ, ਧੜਿਆਂ ਨੂੰ ਛਿੱਕੇ ਟੰਗਦਾ ਹਾਂ। ਜਿਹੜੀ ਗੁਰਮਤ ਦੀ ਇਹਨਾਂ ਨੂੰ ਜਾਣਕਾਰੀ ਮਿਲੀ ਹੈ, ਬੇਸਿਕਲੀ ਇਹਨਾਂ ਨੂੰ ਆਪਣੇ ਘਰ ਚੋਂ ਹੀ ਮਿਲੀ ਹੈ। ਉਹਨਾਂ ਦੀ ਰਸਨਾ ਤੇ ਗੁਰੂ ਸਾਹਿਬ ਦੀ ਏਡੀ ਬਖਸ਼ਿਸ਼ ਸੀ ਵੀ ਬਾਬਾ ਚੰਦਾ ਸਿੰਘ ਜੀ ਕਹਿਣ ਲੱਗੇ ਕਿ ਤੁਸੀਂ ਬਾਣੀ ਬੜੀ ਪਿਆਰੀ ਪੜ੍ਹਦੇ ਹੋ। ਉਹ ਇਦਾਂ ਦਾ ਸੰਤ ਸੀ ਵੀ ਉਹ ਜੋ ਉਹਦੀ ਜ਼ੁਬਾਨ ਤੇ ਸੀ ਉਹ ਉਹਦੇ ਅੰਦਰ ਸੀ। ਉਹਨਾਂ ਦੀ ਸ਼ਹਾਦਤ ਦਾ ਦ੍ਰਿਸ਼ ਕੀ ਆ, ਉਹ ਦਰਸ਼ਕਾਂ ਨੂੰ ਦੱਸੋ ਕਿ ਉਹਨਾਂ ਦੀ ਸ਼ਹਾਦਤ ਕਿਵੇਂ ਹੁੰਦੀ ਆ। 18 ਗੋਲੀਆਂ ਡੋਗਰਿਆਂ ਨੇ ਚਲਾਈਆਂ, ਉਹ ਬਾਬਾ ਜੀ ਦੇ ਸੀਨੇ 'ਚ ਵੱਜੀਆਂ। ਇੱਕ ਤੋਪ ਦਾ ਗੋਲਾ ਉਹਨਾਂ ਦੇ ਪੱਟ ਤੇ ਆ ਕੇ ਵੱਜਾ। ਇਸ ਦਰਦਨਾਕ ਤਰੀਕੇ ਨਾਲ ਉਹਨਾਂ ਦੀ ਸ਼ਹੀਦੀ ਹੋਈ। ਨਾ ਤੇ ਸ਼ਾਂਤਮਈ ਸ਼ਹੀਦੀ ਦਾ ਕੋਈ ਤੋੜ ਆ, ਨਾ ਜੂਝ ਕੇ ਹੀ ਸ਼ਹੀਦ ਹੋਣ ਦਾ ਕੋਈ ਤੋੜ ਆ। ਅੱਜ ਸਾਡੀ ਕੌਮ ਨੂੰ ਉਹਨਾਂ ਦੀ ਸ਼ਹੀਦੀ ਤੋਂ ਬਹੁਤ ਵੱਡੀ ਪ੍ਰੇਰਨਾ ਲੈਣ ਦੀ ਲੋੜ ਆ। ਸਤਿ ਸ਼੍ਰੀ ਅਕਾਲ ਜੀ, ਦਾ ਅਨਮਿਊਟ ਦੇਖ ਰਹੇ ਹੋ ਤੁਸੀਂ। ਮੈਂ ਜਗਜੀਤ ਸਿੰਘ ਪੰਜੋਲੀ। ਸਿੱਖ ਇਤਿਹਾਸ ਬੜਾ ਸ਼ਾਨਾਮਤੀ ਇਤਿਹਾਸ ਹੈ। ਸਿੱਖ ਇਤਿਹਾਸ ਦੇ ਵਿੱਚ ਜੇ ਗੱਲ ਕਰੀਏ ਸੂਰਬੀਰ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਲੈ ਕੇ ਜੇ ਆਪਾਂ ਦੇਖਦੇ ਹਾਂ ਤਾਂ ਬਹੁਤ ਸਾਰੀਆਂ ਕੁਰਬਾਨੀਆਂ ਐਸੀਆਂ ਨੇ ਜੋ ਸਾਡੇ ਨਿੱਜੀ ਜ਼ਿੰਦਗੀ ਦੇ ਵਿੱਚ ਜਦੋਂ ਅਸੀਂ ਉਹਨਾਂ ਤੋਂ ਪ੍ਰੇਰਨਾ ਲੈ ਕੇ ਚੱਲਦੇ ਹਾਂ ਤਾਂ ਸਮਾਜ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਦੀ ਜੀਵਨ ਤੋਂ। ਤੇ ਜੇ ਗੱਲ ਕਰੀਏ ਸਿੱਖ ਇਤਿਹਾਸ ਜਿਹੜਾ ਹੈਗਾ, ਜਦੋਂ ਤੱਕ ਚਮਕੌਰ ਦੀ ਗੜ੍ਹੀ ਹੈ ਜਾਂ ਬਹੁਤ ਸਾਰੇ ਐਸੇ ਸਰੋਤ ਸਾਡੇ ਕੋਲ ਹੈਗੇ ਆ ਤਾਂ ਉਹ ਇੱਕ ਗਲੂਕੋਜ਼ ਦਾ ਕੰਮ ਸਿੱਖਾਂ ਲਈ ਕਰਦਾ ਹੈ। ਤੇ ਬਹੁਤ ਸਾਰੀਆਂ ਸ਼ਖਸੀਅਤਾਂ ਸਿੱਖ ਇਤਿਹਾਸ ਦੇ ਵਿੱਚ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਇਤਿਹਾਸ ਦੇ ਵਿੱਚ ਅਜਿਹਾ ਸਥਾਨ ਨਹੀਂ ਮਿਲਦਾ, ਪਰ ਉਹਨਾਂ ਦਾ ਯੋਗਦਾਨ ਬਹੁਤ ਵੱਡਾ ਹੁੰਦਾ ਹੈ। ਸੋ ਅੱਜ ਅਸੀਂ ਗੱਲਬਾਤ ਕਰਾਂਗੇ ਮਾਝੇ ਦੀ। ਮਾਝੇ ਦੇ ਵਿੱਚ ਬਾਬਾ ਵੀਰ ਸਿੰਘ ਨਰੰਗਾਬਾਦ ਹੋਇਆ, ਬੜੀ ਲੋਕਪ੍ਰਿਯਤਾ ਉਹਨਾਂ ਦੀ ਮਾਝੇ ਦੇ ਵਿੱਚ ਹੈਗੀ ਹੈ। ਗੱਲਬਾਤ ਕਰਾਂਗੇ ਕਿ ਉਹਨਾਂ ਦਾ ਜੀਵਨ ਦੇ ਵਿੱਚ ਕੀ ਕੁਝ ਲੋਕਾਂ ਨੂੰ ਸੇਧ ਦਿੱਤੀ ਤੇ ਉਹਨਾਂ ਦੀ ਜਿਹੜੀ ਘਾਲਣਾ ਹੈਗੀ ਹੈ ਉਹ ਕੀ ਸੀ, ਤੇ ਉਹਨਾਂ ਦੇ ਜੀਵਨ ਤੋਂ ਸੇਧ ਅੱਜ ਦੇ ਸਮੇਂ ਦੇ ਵਿੱਚ ਕਿਵੇਂ ਲਈ ਜਾ ਸਕਦੀ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਭਾਈ ਸਰਬਜੀਤ ਸਿੰਘ ਟੋਟੀਆ ਨੇ। ਭਾਈ ਸਰਬਜੀਤ ਸਿੰਘ ਟੋਟੀਆ SGPC ਦੇ ਵਿੱਚ ਜਿਹੜਾ ਧਰਮ ਪ੍ਰਚਾਰ ਕਮੇਟੀ ਹੈ ਉਹਦੇ ਮੁੱਖ ਪ੍ਰਚਾਰਕ ਨੇ। ਆਓ ਆਪਾਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਟੋਟੀਆ ਸਾਹਿਬ, ਤੁਹਾਡਾ ਦਾ ਅਨਮਿਊਟ ਤੇ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਟੀਆ ਸਾਹਿਬ, ਮੇਰਾ ਪਹਿਲਾ ਸਵਾਲ ਇਹ ਹੈ, ਜਿਹੜੇ ਬਾਬਾ ਵੀਰ ਸਿੰਘ ਹੋਏ ਹੈ ਉਹਨਾਂ ਦਾ ਕੀ ਇਤਿਹਾਸ ਹੈ, ਇਤਿਹਾਸ ਪਿਛੋਕੜ ਕੀ ਹੈ? ਕਿਉਂਕਿ ਆਪਾਂ ਸਰੋਤਿਆਂ ਨੂੰ ਜਾਣਨਾ ਚਾਹਣਗੇ, ਸਾਡੇ ਸਰੋਤੇ ਵੀ, ਕਿਉਂਕਿ ਜਦੋਂ ਆਪਾਂ ਇਤਿਹਾਸ ਦੇ ਵਿੱਚ ਦੇਖਦੇ ਹਾਂ ਮਾਝੇ ਦੇ ਵਿੱਚ ਤਾਂ ਲੋਕ ਉਹਨਾਂ ਨੂੰ ਜਾਣਦੇ ਆ, ਪਰ ਉਹਨਾਂ ਦੀ ਸ਼ਖਸੀਅਤ ਕੀ ਸੀ ਤੁਹਾਡੇ ਸ਼ਬਦਾਂ ਦੇ ਵਿੱਚ? ਬਾਬਾ ਵੀਰ ਸਿੰਘ ਸਾਡੀ ਕੌਮ ਦੇ ਉਹ ਮਹਾਨ ਜਰਨੈਲ ਸੀ ਜਿਹੜੇ ਸੰਤ ਵੀ ਆ ਤੇ ਸਿਪਾਹੀ ਵੀ ਆ ਜੀ। ਵੈਸੇ ਆਪਣਾ ਧਰਮ ਜਿਹੜਾ ਇਹ ਮੀਰੀ ਪੀਰੀ ਦਾ ਧਰਮ ਆ, ਇੱਥੇ ਕੱਲਾ ਸੰਤ ਨਹੀਂ ਤੇ ਕੱਲਾ ਸਿਪਾਹੀ ਨਹੀਂ, ਸੰਤ ਤੇ ਸਿਪਾਹੀ ਦੇ ਸੁਮੇਲ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਜੀ। ਬਾਬਾ ਵੀਰ ਸਿੰਘ ਜੀ, ਇਹਨਾਂ ਦਾ ਜਨਮ ਜੁਲਾਈ 1768 ਈਸਵੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਬਹੁਤ ਇਤਿਹਾਸਕ ਨਗਰ ਹੈ ਗੱਗੋਬੂਆ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਆਪਣੇ ਸਮੇਂ ਤੇ ਆਪਣੇ ਮੁਬਾਰਕ ਚਰਨ ਪਾਏ ਨੇ। ਇਹ ਝਬਾਲ ਤੋਂ ਮਹਿਜ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ। ਇਸ ਪਿੰਡ ਵਿੱਚ ਉਹਨਾਂ ਦੇ ਪਿਤਾ ਸਰਦਾਰ ਸੇਵਾ ਸਿੰਘ ਤੇ ਉਹਨਾਂ ਦੇ ਮਾਤਾ ਜੀ ਦਾ ਨਾਂ ਸੀ ਮਾਤਾ ਧਰਮ ਕੌਰ ਜੀ। ਜੀ। ਸੋ ਉਹਨਾਂ ਦੇ ਨਾਵਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਹ ਪਰਿਵਾਰ ਸੇਵਾ ਸਿੰਘ ਤੇ ਧਰਮ ਕੌਰ, ਸੇਵਾ ਤੇ ਧਰਮ ਸਿੱਖੀ ਦੇ ਅਹਿਮ ਸਿਧਾਂਤ ਨੇ ਜੀ। ਇਹਦਾ ਮਤਲਬ ਕਿ ਉਹਨਾਂ ਦੇ ਬਜ਼ੁਰਗ ਜਿਹੜੇ ਸੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਨਾਲ ਜੁੜੇ ਹੋਏ ਸਨ। ਔਰ ਉਹਨਾਂ ਦੇ ਪਿਤਾ ਜੀ ਬਾਰੇ ਇਤਿਹਾਸ ਪੜ੍ਹੀਏ ਤੇ ਪਤਾ ਲੱਗਦਾ ਹੈ ਕਿ ਉਹ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ, ਸ਼ੇਰੇ ਪੰਜਾਬ ਦੇ ਰਾਜ ਵੇਲੇ, ਸਰਦਾਰ ਨਿਹਾਲ ਸਿੰਘ ਜੀ ਜੋ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਿਆਂ ਦੇ ਪਿਤਾ ਜੀ ਸਨ ਜੀ, ਉਹਨਾਂ ਦੇ ਨਾਲ ਨੌਕਰੀ ਜਿਹੜੀ ਸੀ ਉਹ ਸਿੱਖ ਰਾਜ ਦੇ ਵਿੱਚ ਕਰਿਆ ਕਰਦੇ ਸਨ। ਤੇ ਮਲਤਾਨ ਦਾ ਯੁੱਧ ਆਪਣੀ ਕੌਮ ਦੇ ਵਿੱਚ ਬਹੁਤ ਮਾਇਨਾ ਰੱਖਦਾ ਹੈ। ਇਹ ਉਹ ਯੁੱਧ ਸੀ ਜਦੋਂ ਸਿੱਖਾਂ ਦੇ ਕੋਲ ਇੱਕ ਤੋਪ ਸੀ, ਉਹ ਤੋਪ ਦਾ ਪਹੀਆ ਟੁੱਟ ਗਿਆ ਤੇ ਸਿੱਖ ਤੋਪਚੀ ਨੇ ਕਿਹਾ ਕਿ ਇਹਦਾ ਬੈਲੈਂਸ ਬਰਾਬਰ ਰੱਖਣ ਵਾਸਤੇ ਹੁਣ ਸਾਨੂੰ ਕੋਈ ਹੋਰ ਕਾਰਾ ਕਰਨਾ ਪਊਗਾ ਜੀ। ਤੇ ਕਿਸੇ ਨੇ ਸਲਾਹ ਦਿੱਤੀ ਵੀ ਆਪਾਂ ਇਹਦੇ ਥੱਲੇ ਮੋਢਾ ਦੇ ਦਈਏ। ਤੇ ਜਦੋਂ ਮੋਢਾ ਦੇਣ ਦੀ ਗੱਲ ਚੱਲੀ ਤੇ ਉੱਥੇ ਸਿੱਖ ਤੋਪਚੀ ਨੇ ਇਹ ਗੱਲ ਕਹੀ ਸੀ ਵੀ
ਮੋਢਾ ਤਾਂ ਦੇ ਦਿਓ ਭਰਾਓ, ਪਰ ਸਰਦਾਰੋ ਇੱਕ ਗੱਲ ਯਾਦ ਰੱਖਿਓ ਵੀ ਜਦੋਂ ਧਮਾਕਾ ਹੋਇਆ ਨਾ ਜੀ ਤੇ ਜਿੰਨੇ ਮੋਢਾ ਦਿੱਤਾ ਉਹ ਨਾਲ ਹੀ ਉੱਡ ਜਾਵੇਗਾ। ਸਿੱਖਾਂ ਨੇ ਕਿਹਾ ਕੋਈ ਵੱਡੀ ਗੱਲ ਨਹੀਂ, ਜੇਕਰ ਯੁੱਧ ਜਿੱਤਣਾ ਵਾ ਤੇ ਪੰਥ ਲਈ ਸ਼ਹੀਦੀ ਵੀ ਦੇਣੀ ਪਵੇ ਤੇ ਫਿਰ ਕੋਈ ਵੱਡੀ ਗੱਲ ਨਹੀਂ। ਇਤਿਹਾਸ ਗਵਾਹ ਹੈ ਕਿ ਇਹ ਮੁਲਤਾਨ ਦਾ ਜਿਹੜਾ ਯੁੱਧ ਸੀ ਇਹਦੇ ਵਿੱਚ ਸਰਦਾਰ ਆਪਣਾ ਮੋਢਾ ਦਿੰਦੇ ਰਹੇ। ਜਦੋਂ ਧਮਾਕਾ ਹੁੰਦਾ ਰਿਹਾ ਉਹਦੇ ਨਾਲ ਹੀ ਸਿੰਘ ਸ਼ਹੀਦੀ ਪਾ ਜਾਂਦਾ ਰਿਹਾ ਤੇ ਲਾਈਨ ਲੱਗ ਗਈ ਸੀ ਇਹਦੇ ਬਾਵਜੂਦ ਵੀ, ਸਾਹਮਣੇ ਮੌਤ ਦੀਦੀ ਹੋਵੇ ਤੇ ਫਿਰ ਵੀ ਸਿੰਘਾਂ ਦੀ ਲਾਈਨ ਲੱਗ ਜੇ। ਵੈਸੇ ਪੰਜੋਲੀ ਸਾਹਿਬ ਕਈ ਵਾਰ ਮਨ 'ਚ ਬਹੁਤ ਦਰਦ ਉੱਠਦਾ ਵੀ ਕਿੱਥੇ ਉਹ ਸਮਾਂ ਤੇ ਕਿੱਥੇ ਅੱਜ ਦਾ ਸਮਾਂ। ਬਿਲਕੁਲ ਉਸ ਤੇ ਅੱਜ ਦੇ ਸਮੇਂ ਨੂੰ ਮੁੱਖ ਰੱਖ ਕੇ ਇੱਕ ਕਵੀ ਨੇ ਬਹੁਤ ਪਿਆਰੇ ਸ਼ਬਦ ਲਿਖੇ ਆ। ਉਹ ਕਹਿੰਦਾ ਪੰਥ ਦਾ ਅਜਲੀ ਨਸ਼ਾ ਬੁੱਕੀ ਪਿਲਾਵਣ ਵਾਲਿਆ, ਚਿੰਬੜੀਆਂ ਅੱਜ ਕੌਮ ਤੇਰੀ ਨੂੰ ਕਈ ਬਿਮਾਰੀਆਂ, ਤੇਰੇ ਮਾਸੂਮ ਬੱਚਿਆਂ ਦਾ ਖੂਨ ਗਿਰਵੀ ਰੱਖ ਕੇ ਸੇਵਕਾਂ ਦੀ ਕੌਮ ਮੰਗਦੀ ਏ ਜਥੇਦਾਰੀਆਂ, ਦੁਸ਼ਮਣਾਂ ਤੇ ਕੀ ਗਿਲਾਈ ਪਾਤਸ਼ਾਹ ਦੇ ਪਾਤਸ਼ਾਹ, ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ ਖੁਦ ਸਰਦਾਰੀਆਂ। ਉੱਥੇ ਸ਼ਹੀਦੀ ਦੇਣੀ ਉਹੀ ਬੰਦਾ ਸ਼ਹੀਦੀ ਦੇ ਸਕਦਾ ਸੀ ਜਿਹਦੇ ਅੰਦਰ ਧਰਮ ਦੀ ਅਣਖਾ, ਗੈਰਤਾ ਤੇ ਜਿਹੜਾ ਪੰਥ ਨੂੰ ਸਮਰਪਿਤ ਆ। ਤੇ ਇਹਦਾ ਮਤਲਬ ਕਿ ਉਹਨਾਂ ਦੇ ਪਿਤਾ ਜੀ ਜਿਹੜੇ ਆ ਉਹ ਮਤਲਬ ਮੁਲਤਾਨ ਦੇ ਯੁੱਧ ਵਿੱਚ ਸ਼ਹੀਦ ਹੋ ਜਾਂਦੇ ਆ। ਫਿਰ ਇਹ ਗੱਲ ਜਦੋਂ ਉਹਨਾਂ ਦੇ ਪਿਤਾ ਜੀ ਸ਼ਹੀਦ ਹੋ ਗਏ ਉਹਦੇ ਤੋਂ ਬਾਅਦ ਫਿਰ ਜਿਹੜੇ ਬਾਬਾ ਵੀਰ ਸਿੰਘ ਸੀ ਇਹਨਾਂ ਨੇ ਜਿਹੜਾ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ ਉਹਦੇ ਵਿੱਚ ਬਤੌਰ ਸਿਪਾਹੀ ਜਿਹੜੀ ਆ ਉਹ ਸੇਵਾ ਵੀ ਕੀਤੀ। ਤੇ ਇੱਕ ਮੈਂ ਛੋਟੀ ਜੀ ਗੱਲ ਦੱਸ ਦਿਆਂ ਕਿ ਜਿਹੜੀ ਗੁਰਮਤ ਦੀ ਇਹਨਾਂ ਨੂੰ ਜਾਣਕਾਰੀ ਮਿਲੀ ਆ ਜੀ ਉਹ ਬੇਸਿਕਲੀ ਇਹਨਾਂ ਨੂੰ ਆਪਣੇ ਘਰ ਚੋਂ ਹੀ ਮਿਲੀ ਆ, ਕਿਉਂਕਿ ਇਹਨਾਂ ਦੇ ਪਿਤਾ ਜੀ ਜਿਹੜੇ ਸੀ ਉਹ ਗੁਰਬਾਣੀ ਨਾਲ ਜੁੜੇ ਹੋਏ ਸਨ ਤੇ ਇਸ ਕਰਕੇ ਉਹ ਫਿਰ ਜੋ ਕੁਝ ਉਹਨਾਂ ਨੇ ਘਰ ਦੇ ਵਿੱਚੋਂ ਸਿੱਖਿਆ ਤੇ ਸਿੱਖੀ ਨੂੰ ਕੱਲਾ ਪੜ੍ਹਿਆ ਹੀ ਨਹੀਂ, ਸਿੱਖੀ ਨੂੰ ਕਮਾਇਆ ਵੀ ਬਾਬਾ ਵੀਰ ਸਿੰਘ ਨੇ। ਇੱਕ ਮੈਂ ਉਹਨਾਂ ਦੇ ਜਨਮ ਬਾਬਤ ਛੋਟੀ ਜੀ ਘਟਨਾ ਸਾਂਝੀ ਕਰਨੀ ਚਾਹੁੰਦਾ। ਜਦੋਂ ਉਹਨਾਂ ਦਾ ਜਨਮ ਹੋਇਆ ਤੇ ਸਾਡੀ ਕੌਮ ਦੀ ਇੱਕ ਰਵਾਇਤ ਆ, ਸਾਡੀ ਮਰਜ਼ਾਦਾ ਵਾ, ਅੱਜ ਵੀ ਸਿੱਖ ਰਹਿਤ ਮਰਜ਼ਾਦਾ 'ਚ ਲਿਖਿਆ ਕਿ ਜਦੋਂ ਕਿਸੇ ਬੱਚੇ ਦਾ ਜਨਮ ਹੋਵੇ ਤੇ ਮਾਤਾ ਜਦੋਂ ਉੱਠਣ ਬੈਠਣ ਯੋਗ ਹੋਵੇ ਫਿਰ ਪਰਿਵਾਰ ਵਾਲੇ ਬੱਚੇ ਨੂੰ ਲੈ ਕੇ ਕੜਾਹ ਪ੍ਰਸ਼ਾਦ ਦੀ ਦੇ ਕਰਾਉਂਦੇ ਆ ਤੇ ਗੁਰਦੁਆਰਾ ਸਾਹਿਬ ਲੈ ਕੇ ਜਾਂਦੇ ਆ ਜੀ। ਬਿਲਕੁਲ ਉੱਥੋਂ ਫਿਰ ਸਤਿਗੁਰੂ ਦੇ ਸ਼ੁਕਰਾਨੇ ਲਈ ਸ਼ਬਦ ਪੜ੍ਹੇ ਜਾਂਦੇ ਆ ਤੇ ਗ੍ਰੰਥੀ ਸਿੰਘ ਫਿਰ ਅਰਦਾਸ ਕਰਦਾ ਤੇ ਅਰਦਾਸ ਤੋਂ ਬਾਅਦ ਜਿਹੜਾ ਹੁਕਮਨਾਮੇ ਦਾ ਪਹਿਲਾ ਅੱਖਰ ਹੋਵੇ ਉਹਦੇ ਤੋਂ ਬੱਚੇ ਦਾ ਨਾਂ ਤਜਵੀਜ਼ ਉਹਦਾ ਕੀਤਾ ਜਾਂਦਾ, ਬੱਚੇ ਦਾ ਨਾਂ ਰੱਖਿਆ ਜਾਂਦਾ। ਬਾਬਾ ਜੀ ਨੂੰ ਜਦੋਂ ਬਚਪਨ ਵਿੱਚ ਲੈ ਕੇ ਗਏ ਗੁਰੂ ਘਰ ਤੇ ਉਦੋਂ ਹੁਕਮਨਾਮਾ ਆਇਆ ਸੀ ਬ੍ਰਹਮ ਬਿੰਦੈ ਤਿਸ ਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰਹੀਂ, ਜੋ ਹਰ ਹਿਰਦੈ ਸਦਾ ਵਸਾਏ। ਤੋਂ ਬੱਬੇ ਤੋਂ ਫਿਰ ਗੁਰੂ ਘਰ ਦੇ ਭਾਈ ਸਾਹਿਬ ਨੇ ਜਿਹੜਾ ਨਾਮ ਸੀ ਉਹ ਵੀਰ ਸਿੰਘ ਰੱਖਿਆ। ਅੱਜ ਮੈਂ ਇੱਕ ਨਾਲ ਇਹ ਵੀ ਸੰਗਤ ਨੂੰ ਬੇਨਤੀ ਕਰਾਂਗਾ ਵੀ ਇਹ ਰਵਾਇਤ ਸਾਡੇ ਚੋਂ ਘਟਦੀ ਜਾ ਰਹੀ ਆ ਜੀ। ਪੁਰਾਣੀਆਂ ਮਾਈਆਂ ਜਦੋਂ ਕਿਸੇ ਬੱਚੇ ਦਾ ਨਾਂ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਤੋਂ ਰੱਖਦੀਆਂ ਸੀ ਨਾ ਤੇ ਜਦੋਂ ਬੱਚੇ ਨੇ ਵੱਡੇ ਹੋਣਾ ਤੇ ਕਈ ਵਾਰ ਕਿਸੇ ਨੇ ਉਹ ਬੱਚੇ ਨੂੰ ਫਿੱਟੇ ਮੂੰਹ ਕਹਿਣਾ, ਫਿਟਕਾਰ ਪਾਉਣੀ ਤੇ ਪੁਰਾਣੀਆਂ ਮਾਈਆਂ ਰੋਕ ਦਿੰਦੀਆਂ ਹੁੰਦੀਆਂ ਸੀ ਵੀ ਇਹਦਾ ਮੂੰਹ ਨਹੀਂ ਫਿਟਕਾਰਨਾ, ਇਹਦਾ ਨਾਂ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਤੋਂ ਰੱਖਿਆ ਹੋਇਆ। ਤਾਂ ਕਹਿਣ ਤੋਂ ਭਾਵ ਮਹਾਰਾਜ ਸਾਹਿਬ ਜੀ ਨੇ ਸਾਨੂੰ ਇਹ ਆਲਰੇਡੀ ਮਰਿਆਦਾ ਦਿੱਤੀ ਆ ਤੇ ਬਾਬਾ ਜੀ ਦਾ ਵੀ ਇਸੇ ਕਰਕੇ ਨਾਂ ਜਿਹੜਾ ਵੀਰ ਸਿੰਘ ਰੱਖਿਆ ਤੇ ਘਰ ਚੋਂ ਹੀ ਸਾਰੀ ਉਹਨਾਂ ਨੂੰ ਜਾਣਕਾਰੀ ਮਿਲੀ। ਟੁੱਟੇ ਸਾਹਿਬ ਚਲੋ ਆਪਾਂ ਥੋੜਾ ਜਿਹਾ ਵਿਸ਼ੇ ਤੋਂ ਬਾਹਰ ਗੱਲ ਕਰਦੇ ਆਂ ਵੀ ਤੁਸੀਂ ਨਾਮ ਕਰਨ ਦੀ ਗੱਲ ਕੀਤੀ ਹੈ ਹਨਾ, ਤੇ ਇੱਕ ਮਰਿਆਦਾ ਬਣੀ ਹੋਈ ਹੈ ਨਾਮ ਕਰਨ ਦੀ, ਪਰ ਅੱਜ ਦੇ ਸਮੇਂ 'ਚ ਜਦੋਂ ਦੇਖਦੇ ਆਂ ਅਜੋਕੇ ਸਮੇਂ 'ਚ ਜਦੋਂ ਬੱਚਾ ਪਲਾਨ ਕਰਦੇ ਆ ਮਾਪਿਓ ਉਦੋਂ ਹੀ ਨਾਂ ਸੋਚ ਲੈਂਦੇ ਆ ਵੀ ਆਪਣਾ ਬੱਚਾ ਹੋਊਗਾ ਇਹ ਨਾਂ ਰੱਖਾਂਗੇ। ਨਹੀਂ ਜੀ, ਮੈਂ ਗੁਰਮਤਿ ਸਿਧਾਂਤ ਮੁਤਾਬਕ ਇਹ ਗੱਲ ਠੀਕ ਨਹੀਂ ਆ। ਸਿੱਖ ਉਹ ਜਿਹੜਾ ਸਿੱਖ ਰਹਿਤ ਮਰਜ਼ਾਦਾ ਨੂੰ ਸਮਰਪਿਤ ਆ ਤੇ ਸਿੱਖ ਰਹਿਤ ਮਰਜ਼ਾਦਾ ਜਿਹੜੀ ਆ ਉਹਦੇ ਵਿੱਚ ਇਹ ਸਪਸ਼ਟ ਸ਼ਬਦ ਲਿਖੇ ਆ ਕਿ ਕੋਈ ਪਰੰਪਰਾ ਹੁੰਦੀ ਆ, ਕੋਈ ਮਰਜ਼ਾਦਾ ਹੁੰਦੀ ਸਾਡੀ ਕੌਮ ਦੀ, ਇਸ ਕਰਕੇ ਤੁਸੀਂ ਫਿਰ ਉੱਥੇ ਆਪਣੀ ਮਰਜ਼ੀ ਨਹੀਂ ਕਰ ਸਕਦੇ। ਜਿਹੜਾ ਅੱਖਰ ਹੁਕਮਨਾਮੇ ਦਾ ਆਇਆ ਉਹੀ ਨਾਂ ਸਾਨੂੰ ਰੱਖਣਾ ਚਾਹੀਦਾ ਰਹਿਤ ਮਰਜ਼ਾਦਾ ਦੇ ਮੁਤਾਬਕ। ਇਹ ਜਨਮ ਸੰਸਕਾਰ 'ਚ ਬਕਾਇਦਾ ਚੈਪਟਰ ਆ ਪੂਰਾ। ਆਪਾਂ ਹੁਣ ਬਾਬਾ ਵੀਰ ਸਿੰਘ ਉਹਨਾਂ ਦੇ ਜੀਵਨ ਪਿਛੋਕੜ ਬਾਰੇ, ਪਰਿਵਾਰਕ ਪਿਛੋਕੜ ਬਾਰੇ ਗੱਲਬਾਤ ਕੀਤੀ ਹੈ। ਸੋ ਉਹ ਤੁਸੀਂ ਦੱਸਿਆ ਵੀ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਵੀ ਭਰਤੀ ਹੋ ਗਏ, ਫਿਰ ਉਹਨਾਂ ਦੇ ਅੰਦਰ ਸਿੱਖੀ ਦੀ ਚਣਕਤਾ ਜਿਵੇਂ ਪਰਿਵਾਰ ਦੇ ਵਿੱਚੋਂ ਹੀ ਮਿਲੀ ਹੈ, ਫਿਰ ਇੰਨਾ ਨਾਂ ਸਿੱਖੀ ਕਮਾਈ, ਬਹੁਤ ਸਾਰੇ ਲੋਕ ਉਹਨਾਂ ਨਾਲ ਜੁੜੇ, ਇਹ ਕਿਵੇਂ ਸੰਭਵ ਹੋਇਆ? ਉਹ ਇਸ ਤਰ੍ਹਾਂ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਉਹਨਾਂ ਨੇ ਸੇਵਾ ਕੀਤੀ ਤੇ ਕਸ਼ਮੀਰ ਦਾ ਯੁੱਧ, ਮੁਲਤਾਨ ਦਾ ਯੁੱਧ, ਪਿਸ਼ਾਵਰ ਦਾ ਯੁੱਧ ਤੇ ਇਹ ਤਾਦਕ ਹੋਰ ਕਾਫੀ ਮੁਹਿੰਮਾਂ ਦੇ ਵਿੱਚੋਂ ਵੱਧ ਚੜ ਕੇ ਹਿੱਸਾ ਲੈਂਦੇ ਰਹੇ ਜੀ। ਇੱਕ ਦਿਨ ਨਾ ਸਾਰੇ ਫੌਜੀ ਬੈਠੇ ਹੋਏ ਸੀ ਤੇ ਇੱਕ ਗੁਰਮੁਖ ਪਿਆਰੇ ਸੀ ਸਰਦਾਰ ਚੰਦਾ ਸਿੰਘ, ਪਿੰਡ ਨਰੰਗਾਬਾਦ ਦੇ ਰਹਿਣ ਵਾਲੇ ਜੀ। ਉਹ ਬੜੇ ਪਿਆਰ ਨਾਲ ਬਾਣੀ ਪੜ੍ਹ ਰਹੇ ਸੀ ਤੇ ਇੱਕ ਨੁੱਕਰ 'ਚ ਬਾਬਾ ਵੀਰ ਸਿੰਘ ਵੀ ਬੈਠੇ ਚੌਂਕੜਾ ਮਾਰ ਕੇ ਤੇ ਉਹ ਵੀ ਬੜੇ ਪਿਆਰ ਨਾਲ ਗੁਰਬਾਣੀ ਪੜ੍ਹ ਰਹੇ ਸੀ। ਬਾਬਾ ਜੀ ਨੇ ਜਦੋਂ ਏਡੀ ਪਿਆਰ ਨਾਲ ਮਿੱਠੀ ਬਾਣੀ ਪੜ੍ਹੀ ਜੀ ਤੇ ਉਹਨਾਂ ਦੀ ਰਸਨਾ ਤੇ ਗੁਰੂ ਸਾਹਿਬ ਦੀ ਏਡੀ ਬਖਸ਼ਿਸ਼ ਸੀ ਵੀ ਬਾਬਾ ਚੰਦਾ ਸਿੰਘ ਜੀ ਕਹਿਣ ਲੱਗੇ ਕਿ ਤੁਸੀਂ ਬਾਣੀ ਬੜੀ ਪਿਆਰੀ ਪੜ੍ਹਦੇ ਹੋ ਜੀ। ਤੇ
ਕਿਉਂਕਿ ਪੜ੍ਹਾਈ ਵੱਖ-ਵੱਖ ਤਰ੍ਹਾਂ ਦੀ ਆ, ਜਿਵੇਂ ਪ੍ਰਾਇਮਰੀ ਆ, ਹਾਈ ਆ, ਸੈਕੰਡਰੀ ਆ, ਫਿਰ ਇੱਕ ਕਾਲਜ ਜਾਂ ਯੂਨੀਵਰਸਿਟੀ ਲੈਵਲ। ਇਦਾਂ ਹੀ ਧਰਮ ਦੀ ਵੀ ਇੱਕ ਪੜ੍ਹਾਈ ਆ ਆਪਣੀ, ਕਿ ਇੱਕ ਪ੍ਰਾਇਮਰੀ ਸਿੱਖਿਆ ਹੁੰਦੀ ਆ ਜਦੋਂ ਆਪਾਂ ਥੋੜਾ ਤੁਰਨ ਦਾ ਯਤਨ ਕਰਦੇ ਧਰਮ ਵਾਲੇ ਪਾਸੇ। ਫਿਰ ਇੱਕ ਉਹ ਅਵਸਥਾ ਬੰਦੇ ਦੀ ਬਣ ਜਾਂਦੀ ਜਿਹਨੂੰ ਗੁਰਬਾਣੀ ਨੇ ਕਿਹਾ ਵੀ ਆਤਮਾ ਦਾ ਪਰਮਾਤਮਾ ਨਾਲ ਮਿਲਾਪ। ਉਹ ਜਦੋਂ ਇਹਨਾਂ ਦੋਵਾਂ ਅਧਿਆਤਮਕ ਰੂਹਾਂ ਦਾ ਆਪਸ ਵਿੱਚ ਮਿਲਾਪ ਹੋਇਆ ਜੀ, ਤੇ ਮਿਲਾਪ ਹੁੰਦਿਆਂ ਇਹਨਾਂ ਨੇ ਕਿਹਾ ਵੀ ਤੁਹਾਡੇ ਤੇ ਹੋਰ ਵੀ ਬਖਸ਼ਿਸ਼ ਹੋ ਸਕਦੀ ਆ ਗੁਰੂ ਸਾਹਿਬ ਦੀ ਕਿਰਪਾ ਨਾਲ, ਤੇ ਤੁਸੀਂ ਗੁਰਮੁਖ ਪਿਆਰਿਆਂ ਦੀ ਸੰਗਤ ਵਿੱਚ ਜਾਓ। ਤੇ ਸੰਗਤ ਬਹੁਤ ਮਾਇਨਾ ਰੱਖਦੀ ਆ ਜੇ ਰੱਬ ਨਾਲ ਜੁੜਨਾ ਤੇ ਫਿਰ ਉਹਨਾਂ ਦਿਨਾਂ 'ਚ ਸੰਤ ਬਾਬਾ ਭਾਗ ਸਿੰਘ ਕੁਰੀ ਵਾਲੇ, ਜੋ ਰਾਵਲਪਿੰਡੀ ਦੇ ਨੇੜੇ ਉਹਨਾਂ ਦਾ ਡੇਰਾ ਸੀ, ਤੇ ਉੱਥੇ ਕੁਝ ਸਮਾਂ ਬਾਬਾ ਵੀਰ ਸਿੰਘ ਰਹੇ, ਉਹਨਾਂ ਦੀ ਸੰਗਤ ਵਿੱਚ ਰਹੇ, ਗੁਰਬਾਣੀ ਦਾ ਆਨੰਦ ਮਾਣਿਆ, ਪ੍ਰਮਾਤਮਾ ਦਾ ਨਾਮ ਜਪਿਆ। ਫਿਰ ਬਾਬਾ ਸਾਹਿਬ ਸਿੰਘ ਜੀ ਬੇਦੀ ਊਨਾ ਸਾਹਿਬ ਵਾਲੇ ਕੁਝ ਸਮਾਂ ਫਿਰ ਉਹਨਾਂ ਦੀ ਸੰਗਤ ਵਿੱਚ ਰਹੇ। ਉੱਥੋਂ ਫਿਰ ਉਹ ਵਾਪਸ ਜਦੋਂ ਪੰਡੋਰੀ ਪਿੰਡ ਆਉਂਦੇ, ਇਤਿਹਾਸ 'ਚ ਲਿਖਿਆ, ਇਹ ਪੰਡੋਰੀਆਂ ਮਾਝੇ 'ਚ ਬਹੁਤ ਨੇ, ਪਤਾ ਨਹੀਂ ਵੀ ਇਹ ਕਿਹੜੀ ਪੰਡੋਰੀ, ਕਿਉਂਕਿ ਗਾੜੀ ਵੇਰਵਾ ਨਹੀਂ ਦਿੱਤਾ ਹੋਇਆ ਇਤਿਹਾਸਕਾਰਾਂ ਨੇ ਜੀ। ਉੱਥੇ ਉਸੇ ਸਰਦਾਰ ਚੰਦਾ ਸਿੰਘ ਨਾਲ ਫਿਰ ਇਹਨਾਂ ਦਾ ਮਿਲਾਪ ਹੋ ਗਿਆ, ਤੇ ਉਹਨਾਂ ਨੇ ਫਿਰ ਬੇਨਤੀ ਕੀਤੀ ਵੀ ਤੁਸੀਂ ਮੇਰੇ ਪਿੰਡ ਨਰੰਗਾਬਾਦ ਆਓ, ਤੇ ਪਹਾੜ ਵਾਲੇ ਬੰਨੇ ਆਪਣੇ ਪਿੰਡ 'ਚ ਜਿੱਥੇ ਉਹਨਾਂ ਦੇ ਖੇਤ ਸੀ ਸਰਦਾਰ ਚੰਦਾ ਸਿੰਘ ਦੇ, ਉੱਥੇ ਉਹਨਾਂ ਨੇ ਛੋਟਾ ਜਿਹਾ ਸਥਾਨ ਬਣਾ ਕੇ ਤੇ ਬਾਬਾ ਵੀਰ ਸਿੰਘ ਜੀ ਨੂੰ ਬੇਨਤੀ ਕੀਤੀ ਤੁਸੀਂ ਇੱਥੇ ਰਹੋ। ਉਹ ਸਥਾਨ ਹੌਲੀ ਹੌਲੀ ਉੱਥੇ ਫਿਰ ਗੁਰੂ ਮਹਾਰਾਜ ਦੀ ਕਿਰਪਾ ਵਰਸੀ, ਉੱਥੇ ਸਤ ਸੰਗਤ ਹੁੰਦੀ ਰਹੀ, ਗੁਰੂ ਕੇ ਲੰਗਰ ਚੱਲਦੇ ਰਹੇ, ਤੇ ਜਿਹੜੀਆਂ ਸੰਗਤਾਂ ਸੀ ਉੱਥੇ ਵੱਡੀ ਗਿਣਤੀ ਵਿੱਚ ਆਉਣੀਆਂ ਜਿਹੜੀਆਂ ਸ਼ੁਰੂ ਹੋ ਗਈਆਂ। ਉਹਨਾਂ ਦਿਨਾਂ 'ਚ ਇੱਕ ਵਾਰ ਹੈਜੇ ਦੀ ਬਿਮਾਰੀ ਫੈਲ ਗਈ ਜੀ, ਤੇ ਹੈਜੇ ਦੀ ਬਿਮਾਰੀ ਫੈਲਣ ਤੋਂ ਬਾਅਦ ਬਾਬਾ ਵੀਰ ਸਿੰਘ ਨੇ ਇੱਕ ਬਹੁਤ ਵੱਡਾ ਉੱਥੇ ਪ੍ਰਬੰਧ ਕੀਤਾ, ਸੇਵਾ ਕੀਤੀ। ਉਹਨਾਂ ਨੇ ਇੱਕ ਖੂਹ ਲਵਾਇਆ, ਉਹਦਾ ਜਲ ਛਕਾਇਆ, ਸਾਰਿਆਂ ਨੂੰ ਰੋਗੀਆਂ ਤੱਕ ਪਹੁੰਚ ਕੀਤੀ, ਤੇ ਦੂਸਰਾ ਵੈਦ ਬਹੁਤ ਰੱਖੇ ਆਪਣੇ ਨਾਲ, ਤੇ ਉਹਨਾਂ ਵੈਦਾਂ ਦੀ ਡਿਊਟੀ ਲਾਈ ਵੀ ਤੁਸੀਂ ਇਹਨਾਂ ਰੋਗੀਆਂ ਨੂੰ ਸੰਭਾਲਣਾ। ਇਹ ਚਰਚਾ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਵੀ ਸੁਣੀ ਵੀ ਇਦਾਂ ਨਰੰਗਾਬਾਦ ਕੋਈ ਸੰਤ ਆ, ਤੇ ਉਹ ਲੋਕਾਂ ਦੀ ਬਹੁਤ ਸੇਵਾ ਕਰਨ ਵਾਲਾ ਸੰਤ ਆ, ਇਹ ਨਹੀਂ ਵੀ ਉਹ ਕੋਈ ਇੱਕੇ ਜਗ੍ਹਾ ਤੱਕ ਸੀਮਤ ਸੀ। ਉਹਨੇ ਗਰਾਊਂਡ ਲੈਵਲ ਤੇ ਜਾ ਕੇ ਬਾਬਾ ਵੀਰ ਸਿੰਘ ਨੇ ਬਹੁਤ ਹੱਥੀਂ ਸੇਵਾ ਕੀਤੀ ਉਹਨਾਂ ਦਿਨਾਂ 'ਚ, ਤੇ ਖਾਸ ਕਰਕੇ ਸੇਵਾ ਤੇ ਉਦੋਂ ਹੀ ਪਤਾ ਲੱਗਦਾ ਸੇਵਾ ਦਾ ਵੀ ਜਦੋਂ ਲੋੜ ਹੋਵੇ ਸੇਵਾ ਦੀ, ਤੇ ਉਦੋਂ ਜਦੋਂ ਫਿਰ ਨਿੱਤਰ ਕੇ ਆਪਾਂ ਸਾਹਮਣੇ ਬਾਹਰ ਆਉਨੇ ਆ। ਤੇ ਉਦਾਂ ਵੀ ਮੈਂ ਥੋੜਾ ਜਿਹਾ ਵਿਸ਼ੇ ਤੋਂ ਬਾਹਰ ਜਾ ਕੇ ਇੱਕ ਬੇਨਤੀ ਕਰੂੰਗਾ ਵੀ ਸੇਵਾ ਸਾਨੂੰ ਜਿਹੜੀ ਕਰਨ ਦੀ ਜਾਚ ਆ, ਇਹ ਸਾਡਾ ਗੁਰੂ ਘਰ ਹੀ ਸਿਖਾਉਂਦਾ। ਬਿਲਕੁਲ, ਸੇਵਾ ਜਿਹੜੀ ਕਰਨ ਦੀ ਜਾਚ ਉਹ ਸਿੱਖਣੀ ਗੁਰਦੁਆਰਿਓਂ ਆ, ਪਰ ਸਿੱਖ ਨੇ ਕਰਨੀ ਸਮਾਜ 'ਚ। ਬਿਲਕੁਲ, ਇਸ ਕਰਕੇ ਗੁਰਦੁਆਰਾ ਸਾਡੀ ਧਰਮਸ਼ਾਲ ਤਾਂ ਹੀ ਇਹਨੂੰ ਕਿਹਾ ਜਾਂਦਾ ਸੀ ਪਹਿਲਾਂ। ਸੋ ਇਹ ਜਦੋਂ ਚਰਚਾ ਹੋਈ ਤੇ ਉਹਨੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਮੈਂ ਮਿਲਣਾ ਚਾਹੁੰਦਾ ਇਹੋ ਜਿਹੇ ਸੰਤ ਨੂੰ। ਉਹਨੇ ਆਪਣੇ ਕੁਝ ਸਿਪਾਹੀ ਭੇਜੇ, ਤੇ ਬਾਬਾ ਵੀਰ ਸਿੰਘ ਨੇ ਫਿਰ ਉਹਨਾਂ ਨੂੰ ਕਿਹਾ ਵੀ ਮਿਲਣ ਜ਼ਰੂਰ, ਪਰ ਮੇਰੀਆਂ ਦੋ ਜਿਹੜੀਆਂ ਮੇਰੀਆਂ ਹੈਗੀਆਂ ਨੇ, ਮੇਰੇ ਦੋ ਉਹਨਾਂ ਅੱਗੇ ਸਵਾਲ ਨੇ, ਦੋ ਮੰਗਾਂ ਨੇ, ਦੋ ਮੰਗਾਂ ਇਹ ਨੇ ਵੀ ਇੱਕ ਤਾਂ ਜਦੋਂ ਉਹ ਆਉਣ ਤੇ ਕੋਈ ਐਲਾਨ ਨਾ ਕਰਨ ਇੱਥੇ, ਇਹ ਉਹਨਾਂ ਨੂੰ ਕਹਿ ਦਿਓ ਵੀ ਬਾਬਾ ਵੀਰ ਸਿੰਘ ਨੇ ਤੁਹਾਨੂੰ ਇਹ ਗੱਲ ਕਹੀ ਆ ਕਿ ਤੁਸੀਂ ਕੋਈ ਵੀ ਇੱਥੇ ਆ ਕੇ ਐਲਾਨ ਨਹੀਂ ਕਰਨਾ, ਕਿਉਂਕਿ ਰਾਜਨੀਤਿਕ ਵਿਅਕਤੀ ਕਈ ਵਾਰ ਐਲਾਨ ਕਰਦੇ ਆ। ਤੇ ਦੂਸਰਾ, ਜਿਵੇਂ ਸੰਗਤ ਲੰਗਰ ਛਕਦੀ ਆ ਇਦਾਂ ਹੀ ਤੁਸੀਂ ਪੰਗਤ ਵਿੱਚ ਬਹਿ ਕੇ ਲੰਗਰ ਛਕਣਾ। ਸੋ ਮਹਾਰਾਜਾ ਹਾਥੀ ਤੇ ਚੜ੍ਹ ਕੇ ਆਇਆ, ਇਤਿਹਾਸ ਵਿੱਚ ਲਿਖਿਆ, ਵੀਰ ਮਰਗੇਸ਼ ਦਾ ਕਰਤਾ ਵੀ ਲਿਖਦਾ ਉਹਨਾਂ ਦੇ ਇਤਿਹਾਸ ਨੂੰ। ਵੀਰ ਮਰਗੇਸ਼ ਦੇ ਕਰਤੇ ਨੇ ਬਹੁਤ ਪਿਆਰਾ ਲਿਖਿਆ, ਉਹ ਗ੍ਰੰਥ ਜਿਹੜਾ ਵਾ ਉਹ ਮਤਲਬ ਕਾਵਿ ਰੂਪ 'ਚ ਆ ਸਾਰਾ, ਤੇ ਉਹਦੇ ਵਿੱਚ ਉਹ ਲਿਖਦੇ ਆ ਕਿ ਫਿਰ ਨੰਗੇ ਪੈਰੀਂ ਚੱਲ ਕੇ ਹਾਥੀ ਤੋਂ ਉਤਰ ਕੇ ਜਦੋਂ ਸ਼ੇਰੇ ਪੰਜਾਬ ਆਇਆ, ਉਹਨੇ ਪ੍ਰਸ਼ਾਦਾ ਛਕਿਆ। ਤੁਰਨ ਲੱਗਿਆ ਉਹਨੇ ਬਾਬਾ ਵੀਰ ਸਿੰਘ ਦੇ ਡੇਰੇ ਦੇ ਉੱਤੇ ਵੇਖਿਆ ਵੀ ਕਾਨਿਆਂ ਦੀ ਛੱਤ ਪਈ ਹੋਈ ਹੈ, ਤੇ ਉਹਨੇ ਕਿਹਾ ਵੀ ਮੈਂ ਹੋ ਸਕੇ ਜੇ ਤੁਹਾਡੀ ਆਗਿਆ ਹੋਵੇ ਤੇ ਮੈਂ ਇਹ ਡੇਰਾ ਪੱਕਾ ਕਰਾ ਦਿਆਂ। ਬਾਬਾ ਵੀਰ ਸਿੰਘ ਕਹਿੰਦੇ ਵੀ ਨਹੀਂ, ਮੈਂ ਤੇ ਪਹਿਲਾਂ ਹੀ ਕਿਹਾ ਸੀ ਕਿ ਤੁਸੀਂ ਮਿਲਣਾ ਹੀ ਮੈਨੂੰ ਤਾਂ ਕਿ ਐਲਾਨ ਨਹੀਂ ਕਰਨਾ। ਤੇ ਫਿਰ ਉਹਨਾਂ ਨੇ, ਸੰਗਤ ਨੇ, ਕਈਆਂ ਨੇ ਕਿਹਾ ਵੀ ਬਾਬਾ ਜੀ ਆਪਾਂ ਡੇਰਾ ਪੱਕਾ ਕਰਾ ਲੈਂਦੇ। ਬਾਬਾ ਜੀਆਂ ਦੇ ਡੇਰਾ ਪੱਕਾ ਹੋਊਗਾ, ਪਰ ਉਹ ਆਪਾਂ ਆਪ ਕਰਾਂਗੇ। ਫਿਰ ਉਹ ਜਿੰਨੀ ਸੰਗਤ ਸੀ ਉੱਥੇ, ਉਹਨਾਂ ਨੇ ਕਿਹਾ ਵੀ ਤੁਸੀਂ ਆਪੋ ਆਪਣੇ ਘਰਾਂ ਤੋਂ 5-5 ਇੱਟਾਂ ਪਕਾ ਕੇ ਲਿਆਉਣੀਆਂ ਵਾ। ਨਾਨਕਸ਼ਾਹੀ ਇੱਟਾਂ ਉਹਨਾਂ ਦਿਨਾਂ 'ਚ ਹੁੰਦੀਆਂ ਸੀ, ਸੰਗਤ ਨੇ ਆਪ ਮਿਹਨਤ ਕਰਕੇ ਉਹ ਇੱਟਾਂ ਤਿਆਰ ਕਰਕੇ ਲਿਆਂਦੀਆਂ, ਤੇ ਉਹ ਸੰਗਤ ਦੀ ਜਿਹੜੀ ਇੱਟ ਸੀ ਉਹੀ ਉਸ ਡੇਰੇ ਤੇ ਲਾਈ। ਅੱਜ ਵੀ ਪਿੰਡ ਨਰੰਗਾਬਾਦ ਜਾਓ ਤੇ ਉਦਾਂ ਹੀ ਪੁਰਾਤਨ ਡੇਰਾ ਤੇ ਖੂਹ ਸਾਰਾ ਕੁਝ ਸਾਨੂੰ ਨਜ਼ਰ ਆਉਂਦਾ ਵਾ। ਉਹ ਸਾਡੀ ਵਿਰਾਸਤ ਅਜੇ ਵੀ ਨਰੰਗਾਬਾਦ ਡੇਰੇ 'ਚ ਸਾਂਭ ਕੇ ਰੱਖੀ ਹੋਈ ਆ। ਇੱਕ ਇਹ ਗੱਲ ਦਰਸ਼ਕਾਂ ਨੂੰ ਕਲੀਅਰ ਕਰ ਦਈਏ ਕਿ ਉਹਨਾਂ ਨਾਲ ਜਿਹੜਾ ਨਰੰਗਾਬਾਦ ਸ਼ਬਦ ਹੈ ਉਹ ਕਿਵੇਂ ਜੁੜਦਾ? ਉਹ ਇਸ ਤਰ੍ਹਾਂ ਵੀ ਜਦੋਂ ਨਰੰਗਾਬਾਦ ਹੀ ਰਹਿਣ ਲੱਗ ਪਏ, ਚੰਦਾ ਸਿੰਘ ਜੀ ਆਪਣੇ ਪਿੰਡ ਲੈ ਆਏ, ਤੇ ਉਹਦੇ ਤੋਂ ਬਾਅਦ ਫਿਰ ਉਹਨਾਂ ਦੇ ਲੰਬਾ ਸਮਾਂ ਨਰੰਗਾਬਾਦ 'ਚ ਰਹਿਣ ਕਰਕੇ ਉਹਨਾਂ ਨੂੰ ਬਾਬਾ ਵੀਰ ਸਿੰਘ ਨਰੰਗਾਬਾਦੀ ਹੀ ਉਹਨਾਂ ਸੰਗਤ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀਗਾ। ਇੱਕ ਇਹ ਸਵਾਲ ਹੈ ਵੀ ਹੁਣ ਜਦੋਂ ਉਹ ਆਪਣੇ ਧਰਮ ਦੀ ਸੇਵਾ ਕਰ ਰਹੇ ਸੀਗੇ, ਧਰਮ ਦੇ ਪ੍ਰਚਾਰ ਪ੍ਰਸਾਰ ਲਈ ਲੱਗੇ ਹੋਏ ਸੀਗੇ, ਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲੋਚਦੇ ਸੀ,
ਹਕੂਮਤ ਦੇ ਨਾਲ ਟਕਰਾ ਕਿਵੇਂ ਪੈਂਦਾ ਹੈ ਵੀ ਉਹਨਾਂ ਨੂੰ ਸ਼ਹੀਦੀ ਜਾਮ ਪੀਣਾ ਪੈਂਦਾ ਹੈ, ਉਹ ਸਾਰਾ ਕੁਝ ਉਹ ਕੀ ਹੈ ਫਿਰ? ਉਹ ਇਸ ਤਰ੍ਹਾਂ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਉਹਨਾਂ ਦੀ ਡੈਥ ਹੋ ਗਈ 1839 ਚ, ਉਹਦੇ ਤੋਂ ਬਾਅਦ 1849 ਤੱਕ ਜਿਹੜੇ ਹਾਲਾਤ ਆ ਉਹ ਬਹੁਤ ਖਤਰਨਾਕ ਰਹੇ ਆ ਉਹ ਲਾਹੌਰ ਦਰਬਾਰ ਦੇ। ਉਹਨਾਂ ਦਿਨਾਂ ਦੇ ਦਰਮਿਆਨ ਡੋਗਰਿਆਂ ਨੇ ਸਾਨੂੰ ਬਹੁਤ ਜ਼ਿਆਦਾ ਜਿਹੜਾ ਸਾਨੂੰ ਖੋਰਾ ਲਾਇਆ, ਤੇ ਸਰਦਾਰ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਪੁੱਤਰ, ਫਿਰ ਇਸੇ ਤਰ੍ਹਾਂ ਉਹਨਾਂ ਦਾ ਪੋਤਰਾ ਕਵਰਨੌਰ ਨਿਹਾਲ ਸਿੰਘ, ਫਿਰ ਰਾਣੀ ਚੰਦ ਕੌਰ, ਫਿਰ ਮਹਾਰਾਜਾ ਸ਼ੇਰ ਸਿੰਘ, ਇਹ ਵਾਰੋ ਵਾਰੀ ਸਾਰੇ ਜਿਹੜੇ ਡੋਗਰਿਆਂ ਨੇ ਬੜੀ ਪਲੈਨਿੰਗ ਦੇ ਨਾਲ ਉਹਨਾਂ ਨੂੰ ਖਤਮ ਕਰਾ ਦਿੱਤਾ ਸੀ। ਤੇ ਜਦੋਂ ਇਦਾਂ ਭਗਦੜ ਮੱਚ ਗਈ ਤੇ ਡੋਗਰੇ ਜਿਹੜੇ ਸੀ ਉਹ ਕਿਸੇ ਨਾ ਕਿਸੇ ਤਰ੍ਹਾਂ ਕਾਬਜ ਹੋਣਾ ਚਾਹੁੰਦੇ ਸੀ। ਉਹਨਾਂ ਦਿਨਾਂ ਦੇ ਵਿੱਚ ਫਿਰ ਕੀ ਹੋਇਆ ਕਿ 2 ਪੁੱਤਰ ਰਹਿ ਗਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ, ਇੱਕ ਕੰਵਰ ਕਸ਼ਮੀਰਾ ਸਿੰਘ ਤੇ ਇੱਕ ਪਸ਼ੌਰਾ ਸਿੰਘ, 8 ਚੋਂ 2 ਰਹਿ ਗਏ। ਇੱਕ ਨੂੰ ਕਸ਼ਮੀਰਾ ਸਿੰਘ ਨੂੰ ਸਿਆਲਕੋਟ ਭੇਜ ਦਿੱਤਾ ਗਿਆ ਤੇ ਜਿਹੜਾ ਪਸ਼ੌਰਾ ਸਿੰਘ ਸੀ ਇਹਨੂੰ ਅਟਕ। ਤੇ ਉੱਥੇ ਪਤਾ ਲੱਗ ਗਿਆ ਕਸ਼ਮੀਰਾ ਸਿੰਘ ਨੂੰ ਵੀ ਹੁਣ ਇਹ ਡੋਗਰੇ ਜਿਹੜੇ ਆ ਇਹ ਪਲੈਨਿੰਗ ਕਰਨਗੇ ਤੇ ਸਾਨੂੰ ਖਤਮ ਕਰਨਗੇ, ਕਿਉਂਕਿ ਇੱਧਰ ਡੋਗਰੇ ਵੀ ਚਾਹੁੰਦੇ ਸੀ ਵੀ ਉਹ ਖਤਮ ਹੋ ਜੇ। ਧਿਆਨ ਸਿੰਘ ਤਾਂ ਮਰ ਗਿਆ ਸੀ, ਉਹਦਾ ਪੁੱਤਰ ਹੀਰਾ ਡੋਗਰਾ, ਪੰਡਤ ਜੱਲਾ ਤੇ ਇਹ ਤਾਦਕ ਜਿਹੜੇ ਉਹਨਾਂ ਦੇ ਸਹਿਯੋਗੀ ਡੋਗਰੇ ਸੀ, ਉਹਨਾਂ ਅਫਵਾਹ ਫੈਲਾਤੀ ਵੀ ਕਸ਼ਮੀਰਾ ਸਿੰਘ ਅੰਗਰੇਜ਼ਾਂ ਨਾਲ ਮਿਲ ਕੇ ਤੇ ਆਪ ਰਾਜ ਭਾਗ ਲੈਣਾ ਚਾਹੁੰਦਾ ਤੇ ਇਹਦੇ ਤੋਂ ਪਹਿਲਾਂ ਵੀ ਉਹ ਆਵੇ ਤੇ ਆਪਾਂ ਉਹਨੂੰ ਖਤਮ ਕਰ ਦਈਏ। ਉਹਨੂੰ ਖਤਮ ਕਰਨ ਦੀ ਜਦੋਂ ਪਲੈਨਿੰਗ ਉਹਨੂੰ ਪਤਾ ਲੱਗੀ, ਉਹ ਫਿਰ ਸਿਆਲਕੋਟ ਤੋਂ ਮਹਾਰਾਜ ਦਾ ਪੁੱਤਰ ਦੌੜਿਆ, ਉਹਦੇ ਨਾਲ ਉਹਦੀ ਘਰਵਾਲੀ ਸੀ ਤੇ ਘਰਵਾਲੀ ਦੇ ਬੱਚਾ ਹੋਣ ਵਾਲਾ ਸੀ। ਤੇ ਉਹ ਰਸਤੇ ਵਿੱਚ ਆ ਕੇ ਉਹਨੇ ਇੱਕ ਧੋਬੀ ਦੀ ਝੌਂਪੜੀ 'ਚ ਬੱਚੇ ਨੂੰ ਜਨਮ ਦਿੱਤਾ, ਪਰ ਬੱਚਾ ਜਨਮ ਲੈਣ ਤੋਂ ਬਾਅਦ ਚੜ੍ਹਾਈ ਕਰ ਗਿਆ, ਉਹਨੂੰ ਪ੍ਰਵਾਹ ਕਰਤਾ ਤੇ ਪਾਟੇ ਕੱਪੜੇ ਉੱਦਾਂ ਹੀ ਉਹਨਾਂ ਦਾ ਜਿਹੜਾ ਲੀਰੋਂ ਲੀਰ ਹੋਇਆ, ਸਾਰੇ ਉਹਨਾਂ ਦੇ ਜਿਹੜੇ ਬਸਤਰ ਸੀ। ਤੇ ਉਹ ਬੜੀ ਹੀ ਉਸ ਦਰਦਨਾਕ ਅਵਸਥਾ 'ਚ ਬਾਬਾ ਵੀਰ ਸਿੰਘ ਦੇ ਡੇਰੇ ਪਹੁੰਚਦੇ ਆ। ਤੇ ਪਹੁੰਚੇ ਕਿਉਂ? ਉਹਨਾਂ ਨੂੰ ਪਤਾ ਸੀ ਵੀ ਜੇ ਬਾਬੇ ਵੀਰ ਸਿੰਘ ਕੋ ਚਲੇ ਗਏ ਤੇ ਉਹ ਗੁਰੂ ਘਰ ਦਾ ਨਿਧੜਕ ਸੇਵਕ ਆ ਤੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਵੀ ਉਹਨੇ ਸੰਗਤ ਕੀਤੀ ਆ। ਤੇ ਦੂਜੀ ਗੱਲ, ਉਹ ਦਲੇਰ ਬਹੁਤ ਸੀ ਬਾਬਾ ਵੀਰ ਸਿੰਘ। ਇੱਕ ਨਾ ਬੜੀ ਇੰਟਰਸਟਿੰਗ ਕਹਾਣੀ ਆ, ਕਹਿੰਦੇ ਵੀ ਜਵਾਹਰ ਸਿੰਘ ਨਲੂਆ ਹਰੀ ਸਿੰਘ ਨਲੂਏ ਦਾ ਸੁਪੁੱਤਰ ਸੀ। ਉਹਨੇ ਬਾਬਾ ਜੀ ਨੂੰ ਕਿਹਾ ਵੀ ਦਲ ਪੰਥ ਸਮੇਤ ਮੇਰੇ ਘਰ ਆਇਓ। ਬਾਬਾ ਜੀ ਗਏ ਤੇ ਉਹਨਾਂ ਪ੍ਰਸ਼ਾਦਾ ਕਰਨਾ ਸੀ ਤੇ ਜਦੋਂ ਪ੍ਰਸ਼ਾਦਾ ਨੌਕਰਾਂ ਨੇ ਪਕਾਇਆ, ਨੌਕਰਾਂ ਨੇ ਪਰੋਸ ਕੇ ਬਾਬਾ ਜੀ ਦੇ ਅੱਗੇ ਰੱਖਿਆ ਤੇ ਇੱਕ ਬੰਨੇ ਜਵਾਹਰ ਸਿੰਘ ਬੈਠਾ, ਇੱਕ ਬੰਨੇ ਉਹਦੀ ਘਰਵਾਲੀ ਬੈਠੀ ਤੇ ਉਹਨਾਂ ਦੋਵਾਂ ਜੀਆਂ ਨੇ ਤੇ ਹੱਥ ਨਹੀਂ ਲਾਇਆ। ਤੇ ਜਦੋਂ ਪ੍ਰਸ਼ਾਦਾ ਛਕ ਕੇ ਬਾਬਾ ਵੀਰ ਸਿੰਘ ਜੀ ਅਰਦਾਸ ਲੱਗੇ ਨਾ ਕਰਨ ਤੇ ਉਹਨਾਂ ਨੇ ਅਰਦਾਸ ਕੀਤੀ ਵੀ ਦਾਣਾ ਪਾਣੀ ਗੁਰੂ ਕਾ, ਟਹਿਲ ਪਾਣੀ ਜਵਾਹਰ ਸਿੰਘ ਨਲੂਏ ਦੇ ਨੌਕਰਾਂ ਚਾਕਰਾਂ ਦੀ, ਤੇ ਮਹਾਰਾਜ ਇਹ ਸੇਵਾ ਲੇਖੇ ਚਲਾਇਓ। ਤੇ ਜਵਾਹਰ ਸਿੰਘ ਨਲੂਆ ਬੜਾ ਹੈਰਾਨ ਹੋਇਆ ਤੇ ਉਹਨੇ ਫਿਰ ਉੱਥੇ ਇੱਕ ਗੱਲ ਕਹੀ। ਉਹ ਕਹਿਣ ਲੱਗਾ ਵੀ ਬਾਬਾ ਜੀ ਕਿਰਪਾ ਕਰੋ, ਤੁਸੀਂ ਆ ਜਿਹੜੀ ਗੱਲ ਕਹੀ ਆ ਸੇਵਾ ਤੇ ਮੈਂ ਹੀ ਤੇ ਤੁਹਾਨੂੰ ਗੁਜ਼ਾਰਿਸ਼ ਕਰਕੇ ਬੇਨਤੀ ਕਰਕੇ ਕਿਹਾ ਵੀ ਮੇਰੇ ਘਰੇ ਆਇਓ ਜੀ। ਬਿਲਕੁਲ। ਤੇ ਬਾਬਾ ਜੀ ਫਿਰ ਉੱਥੇ ਕਹਿਣ ਲੱਗੇ ਵੀ ਤੁਸੀਂ ਆਪ ਤੇ ਹੱਥੀਂ ਸੇਵਾ ਕੀਤੀ ਨਹੀਂ ਤੇ ਇਸ ਕਰਕੇ ਜਿਨ੍ਹਾਂ ਦੀ ਸੇਵਾ ਸੀ ਉਹਨਾਂ ਦਾ ਨਾਂ ਹੀ ਅਰਦਾਸ 'ਚ ਲੈ ਦਿੱਤਾ। ਫਿਰ ਉਹਨਾਂ ਬੇਨਤੀ ਕੀਤੀ ਵੀ ਰਾਤ ਸਾਡੇ ਕੋਲ ਰਹੋ। ਫਿਰ ਇੱਕ ਦਿਨ ਰੁਕੇ। ਬਹੁਤ ਜ਼ਿਆਦਾ ਸੇਵਾ ਦੋਵਾਂ ਜੀਆਂ ਨੇ ਕੀਤੀ ਔਰ ਉਹ ਸੇਵਾ ਕਰਨ ਤੋਂ ਬਾਅਦ ਫਿਰ ਬਾਬਾ ਜੀ ਨੇ ਅਰਦਾਸਾ ਸੋਧਿਆ ਵੀ ਦਾਣਾ ਪਾਣੀ ਗੁਰੂ ਦਾ, ਟਹਿਲ ਪਾਣੀ ਸਿੱਖਾਂ ਸੇਵਕਾਂ ਦੀ। ਫਿਰ ਸਿੱਖਾਂ ਸੇਵਕਾਂ ਦਾ ਸ਼ਬਦ ਵਰਤਿਆ, ਮਤਲਬ ਇੰਨੇ ਦਲੇਰ ਸੀ। ਇੱਕ ਨਾ ਉਹ ਦੀਵਾਲੀ ਤੇ ਦਲ ਪੰਥ ਸਮੇਤ ਚਲੇ ਗਏ ਹਰਮੰਦਰ ਸਾਹਿਬ, ਕਿਉਂਕਿ ਖਾਲਸਾ ਦੀਵਾਲੀ ਵਿਸਾਖੀ ਤੇ ਕਿਤੇ ਵੀ ਹੋਵੇ ਉਹ ਦਰਬਾਰ ਸਾਹਿਬ ਜ਼ਰੂਰ ਪਹੁੰਚਿਆ ਕਰਦਾ ਸੀ, ਆਪਣੀ ਰਵਾਇਤ ਸੀ ਜੀ। ਤੇ ਜਲਿਆਂਵਾਲੇ ਬਾਗ 'ਚ ਡੇਰਾ ਕੀਤਾ। ਮਹਾਰਾਜਾ ਉਦੋਂ ਰਾਮ ਬਾਗ ਠਹਿਰਿਆ ਸੀ। ਇਹ ਰਾਮ ਬਾਗ ਉਹ ਹੈ ਜਿਹਨੂੰ ਬਾਅਦ 'ਚ ਅੰਗਰੇਜ਼ਾਂ ਨੇ ਕੰਪਨੀ ਬਾਗ ਦਾ ਨਾਂ ਦੇ ਦਿੱਤਾ। ਉਹ ਰਾਮ ਬਾਗ ਮਤਲਬ ਗੁਰੂ ਰਾਮਦਾਸ ਜੀ ਦੇ ਨਾਂ ਤੇ ਬਾਗ ਸੀ ਜੀ। ਤੋ ਉੱਥੋਂ ਉਹਨੇ ਸੁਨੇਹਾ ਭੇਜਿਆ ਵੀ ਬਾਬਾ ਜੀ ਨੂੰ ਕਹੋ ਵੀ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਬਾਬਾ ਜੀ ਸਹਿਜ ਸੁਭਾਅ ਕਹਿੰਦੇ ਵੀ ਤੂੰ ਰਾਜਨੀਤਿਕ ਬੰਦਾ, ਅਸੀਂ ਧਾਰਮਿਕ, ਤੇ ਇਹ ਕਰਕੇ ਆਪਣਾ ਕੀ ਮਿਲਾਪ। ਜਦੋਂ ਆਹ ਗੱਲ ਕਹੀ ਤੇ ਉੱਥੇ ਰਾਜੇ ਨੇ ਫਿਰ ਇੱਕ ਗੱਲ ਕਹੀ। ਉਹ ਕਹਿੰਦਾ ਵੇਖੋ ਕਿੱਡੀ ਹੈਰਾਨੀ ਦੀ ਗੱਲ ਆ ਵੀ ਮਾਲਕਾ, ਜਿਨ੍ਹਾਂ ਮਹਾਂਪੁਰਸ਼ਾਂ ਨੂੰ ਮੈਂ ਮਿਲਣਾ ਚਾਹੁੰਦਾ ਉਹ ਮੈਨੂੰ ਸਮਾਂ ਨਹੀਂ ਦੇ ਰਹੇ, ਜਿਨ੍ਹਾਂ ਨੂੰ ਮੈਂ ਮਿਲਣਾ ਨਹੀਂ ਚਾਹੁੰਦਾ ਉਹ ਮੇਰੇ ਅੱਗੜ ਪਿੱਛੜ ਚਾਪਲੂਸ ਬਣ ਕੇ ਘੁੰਮਦੇ ਫਿਰਦੇ। ਤਾਂ ਕਹਿਣ ਤੋਂ ਭਾਵ ਕਿ ਉਹ ਇਦਾਂ ਦਾ ਸੰਤ ਸੀ ਵੀ ਉਹ ਜੋ ਉਹਦੀ ਜ਼ੁਬਾਨ ਤੇ ਸੀ ਉਹ ਉਹਦੇ ਅੰਦਰ ਸੀ। ਤੇ ਬਾਕੀ ਮੈਂ ਸ਼ੁਰੂ 'ਚ ਹੀ ਕਹਿਤਾ ਸੀ ਵੀ ਉਹ ਸਿਪਾਹੀ ਵੀ ਸੀ ਤੇ ਸੰਤ ਵੀ ਸੀ। ਸੋ ਨਰੰਗਾਵਾਦ ਹੀ ਫਿਰ ਜਦੋਂ ਇਹ ਹਾਲਾਤ ਅੰਦਰ ਲਾਹੌਰ ਦਰਬਾਰ ਦੇ ਇਹ ਬਣ ਗਏ ਨਾ ਵੀ ਡੋਗਰੇ ਖੂਨ ਦੇ ਪਿਆਸੇ ਹੋ ਗਏ, ਸਿੱਖਾਂ ਦੇ ਖੂਨ ਦੇ ਪਿਆਸੇ, ਤੇ ਉਹਦੇ ਚੋਂ ਫਿਰ ਜਿਹੜਾ ਕੰਵਰ ਕਸ਼ਮੀਰਾ ਸਿੰਘ ਸੀ ਉਹ ਇੱਥੇ ਆ ਗਿਆ, ਉਹਨੇ ਸ਼ਰਨ ਲੈ ਲਈ ਬਾਬਾ ਜੀ ਦੇ ਡੇਰੇ। ਤੇ ਜਿਹੜਾ ਹਰੀ ਸਿੰਘ ਨਲੂਏ ਦਾ ਪੁੱਤਰ ਜਵਾਹਰ ਸਿੰਘ ਨਲੂਆ ਸੀ ਉਹਨੇ ਵੀ ਇੱਥੇ ਹੀ ਸ਼ਰਨ ਲੈ ਲਈ। ਤੇ ਫਿਰ ਇਹਨਾਂ ਡੋਗਰਿਆਂ ਨੂੰ ਪਤਾ ਲੱਗ ਗਿਆ ਵੀ ਸਿੱਖ ਰਾਜ ਦੇ ਜਿੰਨੇ ਹਮੈਤੀ ਆ ਉਹ ਇੱਕ ਇੱਕ ਕਰਕੇ ਬਾਬਾ ਵੀਰ ਸਿੰਘ ਦੇ ਡੇਰੇ 'ਚ ਜਾ ਰਹੇ ਆ। ਉਹ ਡੇਰਾ ਨਹੀਂ ਕੱਲਾ, ਉਹ ਕਿਲਾ ਵੀ ਸੀ, ਕਿਉਂਕਿ ਉੱਥੇ ਬਾਬਾ ਜੀ ਜਿਹੜੇ ਸੀ ਉਹ ਬੱਚਿਆਂ ਨੂੰ ਗੁਰਬਾਣੀ ਵੀ ਪੜ੍ਹਾਉਂਦੇ ਸੀ, ਟਕਸਾਲ ਚਲਾਉਂਦੇ ਸੀ, ਤੇ ਬਕਾਇਦਾ ਸੰਤ ਤੇ ਸਿਪਾਹੀ ਵਾਲੇ ਸਾਰੇ ਗੁਣ, ਉਹ ਸਿੱਖੀ ਦੇ ਜਿਹੜੇ ਗੁਣ ਆ
ਉਹ ਆਪਣੀ ਕੌਮ ਚੋਂ ਪ੍ਰਵੇਸ਼ ਕਰਵਾ ਰਹੇ ਸੀ, ਉਦੋਂ ਸਿਖਾਉਂਦੇ ਸੀ। ਸਿੱਖ ਗਤੀਵਿਧੀਆਂ ਦਾ ਸੈਂਟਰ ਬਣ ਗਿਆ ਸੀ ਸਿੱਖ ਗਤੀਵਿਧੀਆਂ ਦਾ ਸੈਂਟਰ ਬਣ ਗਿਆ, ਬਿਲਕੁਲ ਇਹ 'ਚ ਕੋਈ ਦੁਰਾਵਾ ਨਹੀਂ। ਫਿਰ ਇਹਨਾਂ ਨੇ 2 ਵਕੀਲ ਭੇਜੇ ਜੀ ਡੋਗਰਿਆਂ ਨੇ। ਫਿਰ ਹਕੂਮਤ ਨੂੰ ਚੀਜ਼ਾਂ ਹਜਮ ਨਹੀਂ ਆਈ? ਨਹੀਂ, ਹਜਮ ਨਹੀਂ ਹੋਈਆਂ। ਇਹਨਾਂ 2 ਵਕੀਲ ਭੇਜੇ ਵੀ ਇੱਕ ਬਾਗ ਸਿੰਘ ਮੂੜੀ ਤੇ ਇੱਕ ਗੁਲਾਬ ਸਿੰਘ ਕਲਕੱਤੀਆ। ਇਹਨੂੰ ਕਲਕੱਤੀਆ ਤਾਂ ਕਹਿੰਦੇ ਵੀ ਇਹ ਕੁਝ ਸਮਾਂ ਕਲਕੱਤੇ ਰਿਹਾ ਸੀ ਤੇ ਬਾਕੀ ਇਹਦਾ ਪਿੰਡ ਮਨਿਆਲਾ ਸੀ, ਮਾਝੇ ਦਾ ਬਹੁਤ ਵੱਡਾ ਪਿੰਡ, ਉੱਥੇ ਸ਼ਾਇਦ ਇਹਦੀ ਕੋਈ ਯਾਦਗਾਰ ਵੀ ਹੈਗੀ ਆ ਜੀ। ਔਰ ਇਹਨਾਂ ਨੇ ਜਾ ਕੇ ਜਦੋਂ ਬਾਬੇ ਵੀਰ ਸਿੰਘ ਨੂੰ ਕਿਹਾ ਵੀ ਤੁਸੀਂ ਇਹ ਜਿਹੜਾ ਇੱਥੇ ਹੁਣ ਸੈਂਟਰ ਚਲਾ ਲਿਆ ਵਾ, ਜਿਹੜਾ ਇਹ ਤੁਸੀਂ ਡੇਰਾ ਚਲਾਇਆ, ਇਹਦੇ 'ਚ ਤੁਹਾਡੇ ਸਾਰੇ ਆ ਜਿੰਨੇ ਸਾਡੇ ਵਿਰੋਧੀ ਆ, ਜਿਹੜੇ ਸਿੱਖ ਰਾਜ ਦੇ ਹਾਮੀ ਸੀ, ਉਹ ਸਾਰੇ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਆ ਤੇ ਸਾਨੂੰ 2 ਬੰਦੇ ਦੇ ਦਿਓ, ਇੱਕ ਜਵਾਹਰ ਸਿੰਘ ਨਲੂਆ ਦੇ ਦਿਓ, ਇੱਕ ਕੰਵਰ ਕਸ਼ਮੀਰਾ ਸਿੰਘ ਦੇ ਦਿਓ। ਉੱਥੇ ਬਾਬੇ ਵੀਰ ਸਿੰਘ ਨੇ ਫਿਰ ਧਰਮ ਨਿਭਾਇਆ। ਉਹਨੇ ਕਿਹਾ ਵੀ ਸਾਡੇ ਗੁਰੂ ਦਾ ਸਿਧਾਂਤ ਆ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ, ਤੇ ਇਸ ਕਰਕੇ ਇਹ ਤਾਂ ਨਹੀਂ ਅਸੀਂ ਛੱਡਣੀ। ਤੇ ਉਹਨਾਂ ਚੋਂ ਇੱਕ ਨੇ ਫਿਰ ਬੁਰਾ ਭਲਾ ਕਿਹਾ ਤੇ ਇੰਨੇ ਚਿਰ ਨੂੰ ਜਵਾਹਰ ਸਿੰਘ ਨਲੂਏ ਨੇ ਮਿਆਨ ਚੋਂ ਸ਼ਮਸ਼ੀਰ ਕੱਢੀ ਤੇ ਇੱਕ ਨੂੰ ਉੱਥੇ ਝਟਕਾਤਾ। ਉਹ ਵਾਪਸ ਆਏ ਤੇ ਉਹਨਾਂ ਨੇ ਕਿਹਾ ਵੀ ਬਾਬਾ ਵੀਰ ਸਿੰਘ ਜਿਹੜਾ ਉਹ ਕੱਲਾ ਸੰਤ ਨਹੀਂ ਜੇ, ਉਹ ਕੋਈ ਸਾਧ ਨਹੀਂ ਆ, ਉਹ ਤੇ ਸਿਪਾਹੀ ਵੀ ਆ, ਤੇ ਇਸ ਕਰਕੇ ਤੇ ਜਿੰਨਾ ਚਿਰ ਉਹਨੂੰ ਖਤਮ ਨਾ ਕੀਤਾ ਉਹਨਾਂ ਚਿਰ ਆਪਾਂ ਜਿਹੜਾ ਸਿੱਖ ਰਾਜ ਦੀ ਗੱਲ ਕਰਨ ਵਾਲੇ ਲੋਕ ਆ ਉਹਨਾਂ ਨੂੰ ਆਪਾਂ ਖਤਮ ਨਹੀਂ ਕਰ ਸਕਦੇ। ਸੋ ਕਹਿਣ ਤੋਂ ਭਾਵ ਵੀ ਇਹ ਰਾਜ ਦੀ ਗੱਲ ਤੇ ਸ਼ੁਰੂ ਸਾਡੇ ਤੇ ਚੱਲਦੀ ਰਹੀ ਆ। ਗੁਰਬਾਣੀ 'ਚ ਵੀ ਮਹਾਰਾਜ ਨੇ ਭੱਟਾ ਨੇ ਗੁਰੂ ਨਾਨਕ ਸਾਹਿਬ ਜੀ ਬਾਰੇ ਸ਼ਬਦ ਵਰਤਿਆ, ਗਾਵੇ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ, ਤਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ, ਮੀਰੀ ਪੀਰੀ ਦਾ ਧਰਮ ਆ ਔਰ ਇਸੇ ਕਰਕੇ ਰਾਜ ਜੋਗ ਦਾ ਧਰਮ ਆ। ਤੇ ਉਦੋਂ ਵੀ ਫਿਰ ਗੱਲ ਤੇ ਸਾਰੀ ਇਹੀ ਸੀ ਵੀ ਕਿਤੇ ਸਿੱਖ ਰਾਜ ਨਾ ਆਪਣਾ ਲੈ ਲੈਣ। ਅੱਜ ਵੀ ਕਈ ਅਫਵਾਹਾਂ ਫੈਲਾਈਆਂ ਜਾ ਰਹੀਆਂ। ਵੇਖੋ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਕਈ ਰਾਹੀਂ ਸੰਗਤ ਨੂੰ ਪ੍ਰੇਰਿਤ ਕਰਦੇ ਆ ਕਿ ਆਪਾਂ ਦਰਸ਼ਨ ਕਰੀਏ। ਲੋਕਾਂ ਦੇ ਮਨਾਂ 'ਚ ਇੱਕ ਡਰ ਬੈਠਾ ਹੋਇਆ ਕਿ ਜੇ ਕਿਤੇ ਅਸੀਂ ਪਾਕਿਸਤਾਨ ਦਾ ਵੀਜ਼ਾ ਲਵਾ ਲਿਆ ਨਾ, ਸਾਡਾ ਕੈਨੇਡਾ ਅਮਰੀਕਾ ਦਾ ਵੀਜ਼ਾ ਨਹੀਂ ਲੱਗਣਾ। ਅਸਲ 'ਚ ਇਹ ਗੱਲ ਸਾਡੇ ਦਿਮਾਗ 'ਚ ਏਜੰਸੀਆਂ ਨੇ ਫਿੱਟ ਕਰਤੀ ਹੈ ਵੀ ਸਿੱਖ ਜਦੋਂ ਪਾਕਿਸਤਾਨ ਜਾਣਗੇ ਇਹਨਾਂ ਨੂੰ ਲਾਹੌਰ ਦੇ ਉਹ ਜਿਹੜਾ ਕਿਲ੍ਹਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਉਹਦੇ ਦਰਸ਼ਨ ਹੋਣਗੇ। ਜਦੋਂ ਉਹਦੇ ਦਰਸ਼ਨ ਹੋਣਗੇ ਇਹਨਾਂ 'ਚ ਰਾਜ ਭਾਗ ਦੀ ਚੇਟਕ ਲੱਗੂਗੀ। ਇਹ ਨਨਕਾਣਾ ਸਾਹਿਬ ਜਾਣਗੇ, ਕਰਤਾਰਪੁਰ ਸਾਹਿਬ ਜਾਣਗੇ, ਆਪਣੇ ਪਿਛੋਕੜ ਨੂੰ ਯਾਦ ਕਰਨਗੇ। ਉਹ ਸਾਨੂੰ ਸਾਡੇ ਚੋਂ ਬਸ ਉਹ ਚੀਜ਼ ਕੱਢਣ ਦਾ ਕਰਕੇ ਹੀ ਇੱਕ ਇਦਾਂ ਦੀ ਗੱਲ ਫੈਲਾਤੀ। ਅਦਰਵਾਈਜ਼ ਮੇਰੇ ਬੜੇ ਮਿੱਤਰ ਆ ਜਿਹੜੇ ਪਹਿਲਾਂ ਪਾਕਿਸਤਾਨ ਵੀ ਹੋ ਕੇ ਆਏ ਤੇ ਹੁਣ ਉਹ ਕੈਨੇਡਾ ਅਮਰੀਕਾ ਬੈਠੇ ਆ। ਇਸ ਕਰਕੇ ਲੋਕਾਂ ਨੂੰ ਇਹ ਵੀ ਮਨ ਚੋਂ ਭਰਮ ਕੱਢ ਦੇਣਾ ਚਾਹੀਦਾ ਤੇ ਆਪਾਂ ਆਪਣੇ ਵਿਸ਼ੇ ਤੇ ਆਈਏ ਵੀ ਉੱਥੇ ਫਿਰ ਇਹਨਾਂ ਨੇ ਪਲੈਨਿੰਗ ਕਰ ਲਈ ਵੀ ਹੁਣ ਆਪਾਂ ਬਾਬਾ ਵੀਰ ਸਿੰਘ ਨੂੰ ਖਤਮ ਕਰੀਏ। ਮੈਂ ਇੱਥੇ ਹੀ ਚਾਹੁੰਦਾ ਸੀ ਕਿ ਜਿਹੜੇ ਸੰਤ ਸਿਪਾਹੀ ਬਾਬਾ ਵੀਰ ਸਿੰਘ ਹੈ ਉਹਨਾਂ ਦੀ ਸ਼ਹਾਦਤ ਦਾ ਦ੍ਰਿਸ਼ ਕੀ ਆ, ਉਹ ਦਰਸ਼ਕਾਂ ਨੂੰ ਦੱਸੋ ਕਿ ਉਹਨਾਂ ਦੀ ਸ਼ਹਾਦਤ ਕਿਵੇਂ ਹੁੰਦੀ ਆ। ਉਹ ਇਸ ਤਰ੍ਹਾਂ ਵੀ ਜਦੋਂ ਡੋਗਰਿਆਂ ਨੇ ਪਹਿਲਾਂ ਮੁਸਲਮਾਨਾਂ ਨੂੰ ਕਿਹਾ, ਕੁਛ ਜਿਹੜੇ ਸਿਪਾਹੀ ਸੀ ਵੀ ਤੁਸੀਂ ਹਮਲਾ ਕਰਨ ਲਈ ਤਿਆਰ ਹੋ ਜਾਓ, ਤੁਹਾਨੂੰ ਬੁੱਤਕੀਆਂ ਦੇਵਾਂਗੇ, ਕੈਂਠੇ ਦੇਵਾਂਗੇ, ਸੋਨੇ ਦੇ ਮੋਹਰਾਂ ਦੇਵਾਂਗੇ, ਉਹ ਬੜਾ ਸਤਿਕਾਰ ਕਰਦੇ ਸੀ। ਵੇਖੋ ਧਰਮ ਕੋਈ ਮਾੜਾ ਨਹੀਂ ਹੁੰਦਾ, ਮੁਸਲਮਾਨ ਸਾਰੇ ਮਾੜੇ ਨਹੀਂ, ਹਿੰਦੂ ਸਾਰੇ ਮਾੜੇ ਨਹੀਂ, ਅੱਜ ਸਿੱਖ ਵੀ ਸਾਰੇ ਚੰਗੇ ਨਹੀਂ ਆ। ਤੋਂ ਇਸ ਕਰਕੇ ਉਹਨਾਂ ਨੇ ਕੋਰੀ ਨਾ ਕਰਤੀ ਤੇ ਉਹਦੇ ਤੋਂ ਬਾਅਦ ਫਿਰ ਕੁਝ ਡੋਗਰੇ ਜਿਹੜੇ ਸੀ ਉਹ ਮੁਖੀ ਤੇ ਉਹਨਾਂ ਨੇ ਨਾਲ ਹੋਰ ਸਿੱਖਾਂ ਦੀ ਫੌਜ ਲਈ ਤੇ ਉਹਨਾਂ ਕਿਹਾ ਵੀ ਤੁਹਾਡੀ 5-5 ਰੁਪਏ ਤਨਖਾਹ ਵਧਾ ਦਿਆਂਗੇ, ਨਾਲ ਸੋਨੇ ਦੀਆਂ ਮੋਹਰਾਂ ਦਾ ਲਾਲਚ, ਬੁੱਤਕੀਆਂ ਦਾ ਲਾਲਚ। ਇਹ ਫਿਰ ਚੜ੍ਹਾਈ ਕਰਕੇ ਤੇ ਤੁਰ ਪਏ। ਸ਼ਾਹ ਮੁਹੰਮਦ ਨੇ ਉੱਥੇ ਇੱਕ ਲਿਖਿਆ ਵਾ ਕਿ ਵੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ, ਨਹੀਂ ਛੱਡਿਆ ਸਾਧ ਤੇ ਸੰਤ ਮੀਆਂ। ਬਾਬਾ ਜੀ ਬੜੇ ਸਿਆਣੇ ਸੀ, ਉਹਨਾਂ ਨੂੰ ਪਤਾ ਸੀ ਵੀ ਜੇ ਹੁਣ ਇਹ ਫੌਜ ਆ ਗਈ ਨਾ ਨਰੰਗਾਬਾਦ, ਇੱਥੇ ਨੁਕਸਾਨ ਬਹੁਤ ਹੋਊਗਾ। ਉਹ ਫਿਰ ਭਚੰਗੀਆਂ ਨੂੰ ਲੈ ਕੇ, ਸਿੰਘਾਂ ਨੂੰ ਲੈ ਕੇ, ਆਪਣੇ ਜਰਨੈਲਾਂ ਨੂੰ ਲੈ ਕੇ ਤੇ ਜੋ ਕੁਝ ਵੀ ਉਹਨਾਂ ਕੋਲ ਗੋਲੀ ਸਿੱਕਾ ਤੋਪ ਵੀ ਸੀ ਉੱਥੇ, ਤੇ ਉਹ ਸਾਰਾ ਕੁਝ ਲੈ ਕੇ ਫਿਰ ਉਹਨਾਂ ਨਰੰਗਾਬਾਦ ਛੱਡ ਦਿੱਤਾ। ਤੇ ਇੱਕ ਉਹਨਾਂ ਦਾ ਡੇਰਾ ਸੀ ਮੁੱਠਿਆਂ ਵਾਲੀ। ਮੁੱਠਿਆਂ ਵਾਲੀ ਪਹਿਲਾਂ ਮੱਝਾਂ ਗਾਵਾਂ ਇਹ ਤਾਦਕ ਉੱਥੇ ਰੱਖੀਆਂ ਹੁੰਦੀਆਂ ਸੀ, ਪਸ਼ੂ ਉੱਥੋਂ ਹੀ ਸੰਗਤਾਂ ਦੁੱਧ ਚੋ ਕੇ ਤੇ ਨਰੰਗਾਬਾਦ ਵਾਲੇ ਡੇਰੇ ਤੱਕ ਖੜਿਆ ਕਰਦੀਆਂ ਸਨ। ਕਹਿਣ ਤੋਂ ਭਾਵ ਉਹ ਇੱਕ ਪਹਿਲਾਂ ਹੀ ਡੇਰਾ ਹੈਗਾ ਸੀ ਬਾਬਾ ਜੀ ਦਾ, ਜਿਹੜਾ ਦਰਿਆ ਦੇ ਕੰਢੇ ਸੀ। ਤੋਂ ਇੱਥੋਂ ਫਿਰ ਨਰੰਗਾਬਾਦ ਤੋਂ ਇਹ ਕਾਫਲਾ ਗਿਆ। ਇੱਕ ਮੈਂ ਹੋਰ ਗੱਲ ਦੱਸਾਂ ਕਿ ਬਾਬਾ ਵੀਰ ਸਿੰਘ ਉਹ ਸੰਤਾ ਜਿਹਦੇ ਮਤਲਬ 360 ਤੋਂ ਵੱਧ ਗੁਰਦੁਆਰੇ ਜਿਹੜੇ ਆ ਉਹ ਮਾਝੇ ਦੀ ਧਰਤੀ ਤੇ ਆ, ਉਹਨਾਂ 'ਚ ਕੁਝ ਪਾਕਿਸਤਾਨ 'ਚ ਰਹਿ ਗਏ ਆ। ਤੋਂ ਇਸ ਕਰਕੇ ਉਹ ਫਿਰ ਉੱਥੋਂ ਕਾਫਲਾ ਬਣਾ ਕੇ ਤੁਰੇ ਤੇ ਜਦੋਂ ਮੁੱਠਿਆਂ ਵਾਲੀ ਆਏ ਤੇ ਇੰਨੇ ਚਿਰ ਨੂੰ ਡੋਗਰੇ ਚੜ ਕੇ ਆ ਗਏ ਤੇ ਉਹਨਾਂ ਨੇ ਤਿਆਰੀ ਕਰ ਲਈ ਵੀ ਬਾਬੇ ਨੂੰ ਹੁਣ ਸ਼ਹੀਦ ਕਰ ਦੇਣਾ। ਤੇ ਜਵਾਹਰ ਸਿੰਘ ਨਲੂਆ ਕਹਿਣ ਲੱਗਾ, ਨਾਲ ਦੇ ਜਿਹੜੇ ਸਿੰਘ ਸੀ ਉਹ ਕਹਿਣ ਲੱਗੇ ਬਾਬਾ ਜੀ ਆਪਣੇ ਕੋਲ ਗੋਲੀਆਂ ਵੀਆਂ, ਸਿੱਕਾ, ਬਰੂਦ ਸਭ ਕੁਝ ਆ। ਜਵਾਹਰ ਸਿੰਘ ਨਲੂਏ ਵਰਗੇ ਜਰਨੈਲ ਆ, ਇੱਕ ਇਸ਼ਾਰਾ ਕਰੋ ਅਸੀਂ ਇਹਨਾਂ ਦੇ ਚੀਥੜੇ ਡਾ ਦਿਆਂਗੇ ਜਿਹੜੇ ਚੜ ਕੇ ਆਏ ਆ। ਪਰ ਉਹਨਾਂ 'ਚ ਦਾੜੀਆਂ ਵਾਲੇ ਸੀ, ਪੱਗਾਂ ਵਾਲੇ ਵੀ ਸੀ। ਤੇ ਬਾਬਾ ਵੀਰ ਸਿੰਘ ਨੇ ਕਿਹਾ ਉਹ ਗੱਲ ਸੁਣੋ, ਕੱਲ ਨੂੰ ਇਤਿਹਾਸ ਲਿਖਿਆ ਜਾਊਗਾ ਤੇ ਲੋਕ ਕੀ ਲਿਖਣਗੇ, ਕੀ ਇਤਿਹਾਸਕਾਰ ਵੀ ਸਿੱਖ ਆਪਸ 'ਚ ਲੜ ਕੇ ਮਰ ਗਏ। ਇਹ ਬਲੇਮ ਆਪਾਂ ਆਪਣੇ ਤੇ ਨਹੀਂ ਲੱਗਣ ਦੇਣਾ ਚਾਹੁੰਦੇ। ਕਾਸ਼ ਕਿਤੇ ਅੱਜ ਸਾਡੀ ਕੌਮ ਬਾਬਾ ਵੀਰ ਸਿੰਘ ਦੀ ਸ਼ਹੀਦੀ ਤੋਂ ਪ੍ਰੇਰਨਾ ਲਵੇ। ਦੋ ਤਰ੍ਹਾਂ ਦੀ ਸ਼ਹੀਦੀ ਆਪਣੀ ਕੌਮ 'ਚ, ਇੱਕ ਜੂਝ ਕੇ ਮਰਨਾ, ਸ਼ਹੀਦ ਹੋਣਾ, ਤੇ ਦੂਸਰਾ ਸ਼ਾਂਤਮਈ। ਨਾ ਤੇ ਸ਼ਾਂਤਮਈ ਸ਼ਹੀਦੀ ਦਾ ਕੋਈ ਤੋੜ ਆ,
ਨਾ ਜੂਝ ਕੇ ਹੀ ਸ਼ਹੀਦ ਹੋਣ ਦਾ ਕੋਈ ਤੋੜ ਆ। ਤੋ ਜ਼ਬਰ ਦਾ ਮੁਕਾਬਲਾ ਅੱਜ ਸਬਰ ਨਾਲ ਬਾਬਾ ਵੀਰ ਸਿੰਘ ਕਰਨ ਲੱਗਾ। ਉਹਨਾਂ ਨੇ ਕਿਹਾ ਵੀ ਨਹੀਂ, ਭਰਾ ਮਾਰੂ ਜੰਗ ਨਹੀਂ ਕਰਨੀ, ਆਪਣੇ ਨਾਲ ਨਹੀਂ ਇੱਕ ਬੰਨਿਓ ਚੱਲਣਗੀਆਂ, ਦੂਜੇ ਬੰਨਿਓ ਆਪਾਂ ਸਵਾਂਗੇ। ਈਵਨ ਉਹਨਾਂ ਇੱਥੋਂ ਤੱਕ ਕਿਹਾ ਵੀ ਤੁਸੀਂ ਜਿੱਥੇ 5 ਦੇਗਾਂ ਦਾਲ ਦੀਆਂ ਬਣਾਉਂਦੇ ਹੋ, ਅੱਜ 10 ਬਣਾਓ, ਤੇ ਅੱਜ ਆਟਾ ਵੱਧ ਗੁੰਨ ਲਓ, ਹੋਰ ਵੀ ਆਏ ਆ, ਇਹਨਾਂ ਨੂੰ ਵੀ ਛਕਾ ਦਿਆਂਗੇ। ਉਹ ਮਤਲਬ ਇਸ ਅਵਸਥਾ ਦਾ ਮਾਲਕ ਸੀ। ਉਹਨੇ ਆਪਣੇ ਉੱਤੇ ਮਤਲਬ ਗੋਲੀ, ਉਹਨਾਂ ਕਿਹਾ ਵੀ ਅਸੀਂ ਗੋਲੀ ਨਹੀਂ ਚਲਾਉਣੀ ਆਪਣਿਆਂ ਦੇ ਉੱਤੇ, ਉਧਰੋਂ ਚੱਲਦੀਆਂ ਤੇ ਕੋਈ ਗੱਲ ਨਹੀਂ, ਇੱਕ ਬੰਨਿਓ ਚੱਲੇ। ਤੋ ਮੈਂ ਤੇ ਅੱਜ ਵੀ ਕਹੂੰਗਾ ਵੀ ਅੱਜ ਅਸੀਂ ਬੜੀਆਂ ਧੜੇ ਬੰਦੀਆਂ 'ਚ ਵੰਡੇ ਗਏ ਆ, ਗਰੁੱਪਾਂ 'ਚ ਵੰਡੇ ਗਏ ਆ। ਇੱਕ ਮੈਨੂੰ ਕਵੀ ਦੇ 4 ਸ਼ਬਦ ਬੜੇ ਪਿਆਰੇ ਚੇਤੇ ਆ ਰਹੇ। ਉਹ ਕਹਿੰਦਾ, ਸਿੱਖ ਜਦੋਂ ਗੁਰਦੁਆਰੇ ਆ ਜੇ ਨਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਜੇ, ਤੇ ਉਹਦੀ ਫਿਰ ਕੋਈ ਧਿਰ ਨਹੀਂ ਰਹਿੰਦੀ ਜੀ, ਉਹਦੀ ਕੋਈ ਜਥੇਬੰਦੀ ਨਹੀਂ ਰਹਿੰਦੀ। ਤੇ ਇਹ ਕਰਕੇ ਫਿਰ ਉਹ ਲਿਖਦਾ, ਕਹਿੰਦਾ ਨਾ ਮਿਸ਼ਨਰੀ ਨਾ ਟਕਸਾਲੀ ਹਾਂ, ਨਾ ਕਾਂਗਰਸੀਆ ਨਾ ਅਕਾਲੀ ਹਾਂ, ਇੱਕ ਸੁੱਕਦੇ ਹੋਏ ਬਾਗ ਦਾ ਮਾਲੀ ਹਾਂ, ਤੇਰੀ ਰਹਿਮਤ ਦਾ ਮੀਂਹ ਮੰਗਦਾ ਹਾਂ, ਸਿੱਖੀ ਲਈ ਜਾਨ ਵੀ ਹਾਜ਼ਰ ਹੈ, ਧੜਿਆਂ ਨੂੰ ਛਿੱਕੇ ਟੰਗਦਾ ਹਾਂ। ਜੇ ਕਿਤੇ ਅੱਜ ਧੜਿਆਂ ਨੂੰ ਅਸੀਂ ਛਿੱਕੇ ਟੰਗ ਕੇ ਸ਼੍ਰੀ ਅਕਾਲ ਤਖਤ ਸਾਹਿਬ ਇੱਕ ਨਿਸ਼ਾਨ ਦੇ ਥੱਲੇ ਆ ਜਾਈਏ, ਜਥੇਬੰਦਕ ਹੋ ਜਾਈਏ, ਤੇ ਇਹ ਇਤਿਹਾਸ ਗਵਾਹ ਵੀ ਜਦੋਂ ਜਦੋਂ ਕੌਮ ਜਥੇਬੰਦਕ ਹੋਈ ਆ, ਤਿਵੇਂ ਤਿਵੇਂ ਸਫਲਤਾ ਨੇ ਸਾਡੇ ਪੈਰ ਚੁੰਮੇ ਆ। ਤੇ ਜਦੋਂ ਅਸੀਂ ਆਪਸ ਚ ਲੜੇ ਆ, ਉਦੋਂ ਸਾਡੇ ਹਾਲਾਤ ਬਹੁਤ ਮਾੜੇ ਰਹੇ ਆ, ਤੇ ਅੱਜ ਵੀ ਆਪਾਂ ਵੇਖਦੇ ਆ। ਤੋ ਇਸ ਕਰਕੇ ਬਾਬਾ ਜੀ ਦੀ ਸ਼ਹੀਦੀ ਤੋਂ ਇਹ ਪ੍ਰੇਰਨਾ ਮਿਲਦੀ ਆ। 18 ਗੋਲੀਆਂ ਡੋਗਰਿਆਂ ਨੇ ਚਲਾਈਆਂ, ਉਹ ਬਾਬਾ ਜੀ ਦੇ ਸੀਨੇ 'ਚ ਵੱਜੀਆਂ। ਇੱਕ ਤੋਪ ਦਾ ਗੋਲਾ ਉਹਨਾਂ ਦੇ ਪੱਟ ਤੇ ਆ ਕੇ ਵੱਜਾ, ਤੇ ਫਿਰ ਇਸ ਦਰਦਨਾਕ ਤਰੀਕੇ ਨਾਲ ਉਹਨਾਂ ਦੀ ਸ਼ਹੀਦੀ ਹੋਈ। ਪਰ ਉਹਨਾਂ ਇੱਕੋ ਗੱਲ ਕਹੀ ਸੀ ਵੀ ਇਹ 'ਚ ਕੁਝ ਆਪਣੇ ਭਰਾ ਵੀ ਆ, ਇਸ ਕਰਕੇ ਉਹ ਕਿਵੇਂ ਆ ਗਏ, ਵਰਗਲਾ ਕੇ ਲਿਆਂਦੇ, ਲਾਲਚ 'ਚ ਲਿਆਂਦੇ, ਪਰ ਘੱਟੋ ਘੱਟ ਸਿੱਖ ਦੇ ਉੱਤੇ ਹਥਿਆਰ ਨਾ ਚੁੱਕੇ। ਉਹਨਾਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਕੀਤਾ। ਤੇ ਫਿਰ ਉਹਨਾਂ ਦਾ ਜਿਹੜਾ ਅੰਤਮ ਸੰਸਕਾਰ ਸੀਗਾ, ਉਹ ਪਿੰਡ ਰੱਤੋ ਕੇ, ਜਿੱਥੇ ਗੁਰਦੁਆਰਾ ਬਾਬਾ ਵੀਰ ਸਿੰਘ ਜੀ ਦਾ ਸਥਾਨ ਬਣਿਆ, ਉੱਥੇ ਸਿੰਘਾਂ ਨੇ ਕੀਤਾ। ਉਹਦੇ 'ਚ ਕੁਝ ਬਾਬਾ ਜੀ ਦੇ ਨਾਲ ਜਿੰਨੇ ਸਿੰਘ ਸੀ, ਉਹਨਾਂ ਵੱਡੀ ਗਿਣਤੀ 'ਚ ਉਹ ਜਿਹੜੇ ਸਿੰਘ ਸੀ, ਉਹ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਕੁਝ ਭੁਜੰਗੀ ਵੀ ਸੀ ਜਿਹੜੇ ਗੁਰਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ, ਉਹਦੀ ਸੰਥਿਆ ਪ੍ਰਾਪਤ ਕਰਦੇ ਸੀ ਉਸ ਵੇਲੇ। ਤੋਂ ਕਹਿਣ ਤੋਂ ਭਾਵ ਉਹਨਾਂ ਦਾ ਇੱਕ ਦਲ ਸੀ। ਉਹਨਾਂ ਦਾ ਮਤਲਬ ਇੱਕ ਇਦਾਂ ਦੇ ਉਹ ਸੰਤ ਸੀ ਵੀ ਜਿਨ੍ਹਾਂ ਤੁਰ ਫਿਰ ਕੇ ਬਹੁਤ ਜਗ੍ਹਾ ਦੇ ਉੱਤੇ ਜਿਹੜਾ ਧਰਮ ਦਾ ਪ੍ਰਚਾਰ ਕੀਤਾ। ਤੇ ਉਹ ਸੰਤ ਵੀ ਆ, ਤੇ ਉਹ ਸਿਪਾਹੀ ਦੀ ਵੀ ਆ। ਅੱਜ ਸਾਡੀ ਕੌਮ ਨੂੰ ਉਹਨਾਂ ਦੀ ਸ਼ਹੀਦੀ ਤੋਂ ਬਹੁਤ ਵੱਡੀ ਪ੍ਰੇਰਨਾ ਲੈਣ ਦੀ ਲੋੜ ਆ। ਇੱਕ ਗੱਲ ਮੈਂ ਕਹਿ ਕੇ ਫਿਰ ਸਮਾਪਤ ਕਰੀਏ ਆਪਾਂ, ਕਿ ਜਦੋਂ ਬਾਬਾ ਜੀ ਨੂੰ ਸ਼ਹੀਦ ਕਰਕੇ ਫੌਜ ਵਾਪਸ ਗਈ ਨਾ ਡੋਗਰਿਆਂ ਦੀ, ਲੋਕਾਂ ਬੂਹੇ ਮਾਰ ਲਏ। ਗਿਆਨੀ ਸੋਹਣ ਸਿੰਘ ਸੀਤਲ ਲਿਖਦੇ ਵੀ ਲੋਕਾਂ ਕਿਹਾ ਇਹ ਗੁਰੂਮਾਰੀ ਫੌਜ ਆ ਰਹੀ ਆ, ਇਹ ਡੋਗਰਿਆਂ ਨੂੰ ਲਾਹਨਤਾਂ ਪਾਈਆਂ ਲੋਕਾਂ ਨੇ। ਤੇ ਜਦੋਂ ਫਿਰ ਇਹ ਲਾਲਚ 'ਚ ਆ ਕੇ ਲਾਹੌਰ ਲੱਗੇ ਸਾਰਾ ਹੀਰੇ ਮੋਤੀ ਮਾਲ ਸਵਾਬ ਇਕੱਠਾ ਕਰਨ, ਤੇ ਤੁਰਨ ਲੱਗਾ ਨਾ ਪੰਡਿਤ ਜੱਲਾ ਤੇ ਹੀਰਾ ਡੋਗਰਾ, ਤੇ ਉੱਥੇ ਫਿਰ ਜਿਹੜੇ ਕੁਝ ਸਿੰਘ, ਕਿਉਂਕਿ ਸਿੰਘ ਤੇ ਕਦੇ ਖਤਮ ਹੋਏ ਹੀ ਨਹੀਂ ਨਾ, ਇਹ ਤੇ ਇਹਨਾਂ ਨੂੰ ਮਾਰਦੇ ਮੁਗਲ ਥੱਕ ਗਏ, ਅੰਗਰੇਜ਼ ਥੱਕ ਗਏ। ਹੁਣ ਆਪਾਂ ਵੇਖਦੇ ਆ ਸਮੇਂ ਦੀਆਂ ਹਕੂਮਤਾਂ ਬੜਾ ਕੁਝ ਕੀਤਾ, ਪਰ ਉਦੋਂ ਫਿਰ ਜਿਹੜੇ ਚੜ੍ਹਦੀ ਕਲਾ ਵਾਲੇ ਸਿੰਘ ਸੀ, ਉਹਨਾਂ ਨੇ ਇਹਨਾਂ ਦੋਵਾਂ ਦਾ ਸਿਰ ਲਾ ਕੇ ਲਾਹੌਰ ਦੇ ਦਰਵਾਜ਼ੇ ਦੇ ਬਾਹਰ ਟੰਗਤਾ ਵੀ ਆਹ ਵੇਖੋ, ਜਿਹੜਾ ਸਾਡੇ ਨਾਲ ਧੱਕਾ ਕਰੂਗਾ ਤੇ ਅਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਸਜ਼ਾ ਜਿਹੜੀ ਉਹ ਦੇਵਾਂਗੇ। ਤੇ ਜਿਹੜੀ ਹੁਣ ਗੁਰਦੁਆਰਿਆਂ ਦੀ ਸਥਿਤੀ ਹੈ ਉਹ ਕੀ ਹੈ? ਜਿਹੜੇ ਉਹਨਾਂ ਦੇ ਗੁਰਦੁਆਰੇ ਹੈਗੇ ਆ ਤੇ ਜਿਹੜੇ ਉਹਨਾਂ ਦੇ ਪੈਰੋਕਾਰ ਹੈ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜੇ ਉਹਨਾਂ ਦੇ ਪੈਰੋਕਾਰ ਨੇ ਉਹ ਕਿੱਧਰ ਨੂੰ ਜਾ ਰਹੇ ਨੇ, ਕਿਹੜੀ ਦਿਸ਼ਾ ਜਾ ਰਹੇ ਆ? ਉਹਨਾਂ ਦੇ ਪੈਰੋਕਾਰ ਇਸ ਤਰ੍ਹਾਂ ਵੀ ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਤੇ ਪਿੰਡਾਂ ਦੀਆਂ ਲੋਕਲ ਕਮੇਟੀਆਂ ਵਾ, ਤੇ ਕੁਝ ਜਿਵੇਂ ਨਰੰਗਾਬਾਦ ਉੱਥੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ 87 ਸੈਕਸ਼ਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਦਾ ਪ੍ਰਬੰਧ ਆ। ਤੋ ਅੱਜ ਇੱਕ ਘਾਟ ਵੀ ਆ ਸਾਡੀ ਕੌਮ 'ਚ ਕਿ ਬਾਬਾ ਵੀਰ ਸਿੰਘ ਨਰੰਗਾਬਾਦ ਇੱਕ ਟਾਈਮ ਤੇ ਜਿੱਥੇ 10,000 ਸੰਗਤ ਲੰਗਰ ਛਕਦੀ ਹੁੰਦੀ ਸੀ ਬਹਿ ਕੇ, ਬਿਲਕੁਲ, ਤੇ ਅੱਜ ਉੱਥੇ ਰੌਣਕ ਬਹੁਤ ਘੱਟ ਆ। ਈਵਨ ਕਿ ਕਹਿ ਲਓ ਮਤਲਬ ਜਿਹੜੀ ਸੰਗਤ ਆ ਉਹ ਇਤਿਹਾਸ ਬਹੁਤਾ ਨਾ ਪਤਾ ਹੋਣ ਕਰਕੇ ਬਾਹਰੋਂ ਬਹੁਤ ਜਿਹਦੀ ਘੱਟ ਆਉਂਦੀ ਹੈ। ਇਲਾਕੇ ਦੀ ਸੰਗਤ ਆਉਂਦੀ ਹੈ, ਪਰ ਦੂਰ ਵਾਲੇ ਜਿਹੜੇ ਉਹਨਾਂ ਨੂੰ ਬਹੁਤਾ ਪਤਾ ਨਹੀਂ। ਮੈਂ ਸੰਗਤ ਨੂੰ ਇਸ ਮੰਚ ਰਾਹੀਂ ਦੱਸਣਾ ਚਾਹੂੰਗਾ ਕਿ ਉਹ ਅੱਜ ਵੀ ਪੁਰਾਤਨ ਦੇਖੋ ਉਸ ਸਥਾਨ ਦੀ ਬਹਾਲ ਆ। ਬਾਬਾ ਵੀਰ ਸਿੰਘ ਦਾ ਜਿਹੜਾ ਨਰੰਗਾਬਾਦ ਡੇਰਾ ਸੀ, ਉੱਥੇ ਬਾਬਾ ਸਾਹਿਬ ਸਿੰਘ ਦਾ ਵੀ ਸਥਾਨ ਆ, ਹੋਰ ਵੀ ਮਹਾਂਪੁਰਸ਼ਾਂ ਦੇ ਸਥਾਨ। ਇੱਕ ਭਾਈ ਮਹਾਰਾਜ ਸਿੰਘ ਜਿਹੜੇ ਬਾਬਾ ਵੀਰ ਸਿੰਘ ਤੋਂ ਬਾਅਦ ਉਹਨਾਂ ਦੇ ਉੱਤਰਾਧਿਕਾਰੀ ਬਣੇ, ਤੇ ਜਿਹੜੇ ਕਹਿ ਲਓ ਵੀ ਉਹਨਾਂ ਨੂੰ ਮੁੜ ਕੇ ਗ੍ਰਿਫਤਾਰ ਕਰਕੇ ਤੇ ਸਿੰਗਾਪੁਰ ਲੈ ਗਏ ਸੀ ਅੰਗਰੇਜ਼, ਤੇ ਉੱਥੇ ਹੀ ਉਹਨਾਂ ਨੂੰ ਭੁੱਖੇ ਪਿਆਸੇ ਰੱਖ ਕੇ ਸ਼ਹੀਦ ਕੀਤਾ ਗਿਆ ਸੀ। ਉਹ ਵੀ ਬਾਬਾ ਵੀਰ ਸਿੰਘ ਦੇ ਉੱਤਰਾਧਿਕਾਰੀ ਸੀ। ਤੁਸੀਂ ਜਦੋਂ ਸਿੰਗਾਪੁਰ ਜਾਓਗੇ, ਉੱਥੇ ਇੱਕ ਗੁਰਦੁਆਰਾ ਸਿਲਟ ਰੋਡ, ਉਹਦੇ ਸਾਹਮਣੇ ਜੇਲ੍ਹ ਆ, ਉਸ ਜੇਲ੍ਹ 'ਚ ਬਾਬਾ ਮਹਾਰਾਜ ਸਿੰਘ ਬੰਦ ਸੀ। ਉਹਦਾ ਆਚਰਣ ਵੇਖ ਕੇ ਸਿੰਗਾਪੁਰ ਦੇ ਅੰਗਰੇਜ਼ਾਂ ਨੇ ਇੰਡੀਆ ਦੇ ਅੰਗਰੇਜ਼ਾਂ ਨੂੰ ਚਿੱਠੀ ਲਿਖੀ ਸੀ ਵੀ ਜਿਹੜਾ ਅਸੀਂ ਇੱਥੋਂ ਕੈਦੀ ਫੜਿਆ ਮਹਾਰਾਜ ਸਿੰਘ, ਅਸੀਂ ਚਾਹੁੰਦੇ ਵੀ ਉਹਦੇ ਬਿਹੇਵ ਨੂੰ ਮੁੱਖ ਰੱਖ ਕੇ ਉਹਨੂੰ ਛੱਡ ਦਈਏ। ਤੇ ਇਹਨਾਂ ਦੇ ਇੰਡੀਆ ਦੇ ਅੰਗਰੇਜ਼ਾਂ ਨੇ ਚਿੱਠੀ ਪਾ ਕੇ ਕਿਹਾ ਸੀ ਵੀ ਇਹਨੂੰ ਛੱਡਿਓ ਨਾ, ਇਹ ਬਾਬਾ ਵੀਰ ਸਿੰਘ ਦਾ ਸੇਵਕ ਆ। ਬਾਬਾ ਵੀਰ ਸਿੰਘ ਉਹ ਸੀ ਜਿਹੜਾ ਸਿੱਖ ਰਾਜ ਦੀ ਗੱਲ ਅਖੀਰ ਤੱਕ ਕਰਦਾ ਰਿਹਾ। ਇਹ ਵੀ ਸਿੱਖ ਰਾਜ ਦਾ ਮਹਿਤੀ ਆ, ਇਹਨੂੰ ਤੁਸੀਂ ਛੱਡ ਤੇ ਦਓਗੇ, ਪਰ ਇਹਨੇ ਆ ਕੇ ਬਹਿਣਾ ਨਹੀਂ ਆ, ਇਹਨੇ ਆਪਣੇ ਭਰਾਵਾਂ ਨੂੰ, ਸਿੱਖਾਂ ਨੂੰ ਇਕੱਠਿਆਂ ਕਰਕੇ ਫੇਰ ਸਰਕਾਰ ਦੀਆਂ ਨੱਕ 'ਚ ਦਮ ਕਰ ਦੇਣਾ। ਇਹ ਕਰਕੇ ਉਹਨਾਂ ਨੂੰ ਡਰ ਸੀ
ਤੇ ਫਿਰ ਉੱਥੇ ਹੀ ਉਹਨਾਂ ਨੂੰ ਰੱਖ ਕੇ ਤੇ ਸ਼ਹੀਦ ਕੀਤਾ ਗਿਆ ਸੀ ਭਾਈ ਮਹਾਰਾਜ ਸਿੰਘ ਨੂੰ। ਉਹ ਵੀ ਬਾਬਾ ਵੀਰ ਸਿੰਘ ਦੇ ਉੱਤਰਾਧਿਕਾਰੀ ਸੀ। ਉਹਨਾਂ ਦੀ ਵੀ ਯਾਦਗਾਰ ਇੱਕ ਉੱਥੇ ਨਰੰਗਾਬਾਦ ਬਣੀ ਹੋਈ ਹੈ। ਬਾਕੀ ਗੁਰਧਾਮ ਤਾਂ ਬੇਅੰਤ ਨੇ, ਪਰ ਜਿਹੜਾ ਉਹਨਾਂ ਦਾ ਜਨਮ ਸਥਾਨ ਆ, ਜਿੱਥੇ ਉਹਨਾਂ ਦਾ ਸੰਸਕਾਰ ਹੋਇਆ, ਰਤੋ ਕੇ ਜਨਮ ਹੋਇਆ ਗੱਗੋਬੂਆ, ਤੇ ਜਿੱਥੇ ਉਹ ਲੰਬਾ ਸਮਾਂ ਰਹੇ ਨਰੰਗਾਬਾਦ, ਇਹਨਾਂ ਸਥਾਨਾਂ ਜ਼ਿਲ੍ਹੇ ਚ ਕਿਹੜੇ ਚ ਪੈ? ਇਹ ਜ਼ਿਲ੍ਹਾ ਪਹਿਲਾਂ ਅੰਮ੍ਰਿਤਸਰ ਸੀ, ਅੱਜ ਕੱਲ ਜ਼ਿਲ੍ਹਾ ਤਰਨਤਾਰਨ। ਤੇ ਇਹਦੇ ਦਰਸ਼ਨ ਜਦੋਂ ਸਮਾਂ ਮਿਲੇ ਸਾਨੂੰ ਜ਼ਰੂਰ ਕਰਨੇ ਚਾਹੀਦੇ। ਤੇ ਇੱਕ ਲਾਸਟ ਦੇ ਵਿੱਚ ਮੈਂ ਇਹ ਪੁੱਛਣਾ ਚਾਹੂੰਗਾ ਵੀ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਅੱਜ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਸਿੱਖੀ ਸਿਧਾਂਤਾਂ ਨਾਲੋਂ ਵੀ ਇਤਿਹਾਸ ਨਾਲੋਂ ਵੀ ਟੁੱਟ ਰਹੀ ਹੈ, ਤਾਂ ਮਾਪੇ ਵੀ, ਕਿਉਂਕਿ ਲੋਕਾਂ ਨੂੰ ਬਹੁਤ ਨੂੰ ਪਤਾ ਨਹੀਂ ਹੈਗਾ, ਜਿਵੇਂ ਹੁਣ ਅੱਜ ਦਰਸ਼ਕ ਇਸ ਗੱਲ ਤੋਂ ਗਿਆਨ ਭਰਪੂਰ ਅੱਜ ਦੀ ਇੰਟਰਵਿਊ ਹੈ, ਜ਼ਰੂਰ ਉਹ ਜਾਣਨ ਦੀ ਕੋਸ਼ਿਸ਼ ਵੀ ਕਰਨਗੇ। ਕਿਵੇਂ ਦੇਖਦੇ ਹੋ ਜਿਹੜੇ ਨੌਜਵਾਨ ਸਾਡੇ ਇਸ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਆ, ਭਵਿੱਖ ਕੀ ਦੇਖਦੇ ਹੋ ਉਹਨਾਂ ਦਾ? ਇਸ ਤਰ੍ਹਾਂ ਕਿ ਆਪਣੀ ਧਰਤੀ ਤੇ ਆਪਣੀ ਹੁੰਦੀ ਆ, ਜਿਹਦਾ ਨਹੀਂ ਸਰਦਾ ਉਹ ਕੁਝ ਸਮੇਂ ਲਈ ਜਾਵੇ, ਰੋਜੀ ਰੋਟੀ ਲਈ, ਇਹ 'ਚ ਕੋਈ ਦੋਰਾਵਾ ਨਹੀਂ ਜੀ। ਠੀਕ ਹੈ, ਬੱਚੇ ਜਾ ਰਹੇ ਆ, ਪਰ ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਇੱਥੇ ਕਿਰਪਾ ਕਰਕੇ ਜ਼ਮੀਨ ਵੀ ਬਖਸ਼ੀ ਆ, ਕਾਰੋਬਾਰ ਬਖਸ਼ਿਆ, ਤੇ ਮੈਂ ਉਹਨਾਂ ਨੌਜਵਾਨਾਂ ਨੂੰ ਇੱਕ ਜ਼ਰੂਰ ਬੇਨਤੀ ਕਰੂੰਗਾ ਵੀ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਤੇ ਇੱਥੇ ਤਰੱਕੀ ਕਰੋ, ਖੂਬ ਤਰੱਕੀ ਕਰੋ। ਮੈਂ ਖੁਦ 16 ਤੋਂ ਵੱਧ ਦੇਸ਼ਾਂ 'ਚ ਗਿਆ, ਪਰ ਪੰਜਾਬ ਵਰਗੀ ਨਾ ਕਿਤੇ ਮਿੱਟੀ ਆ, ਨਾ ਕਿਤੇ ਪੌਣ ਪਾਣੀ, ਨਾ ਹੀ ਕਿਤੇ ਇਦਾਂ ਦੀ ਮੌਜ ਆ। ਤੋ ਇਸ ਕਰਕੇ ਜਿਹੜੇ ਜਾ ਵੀ ਰਹੇ ਉਹਨਾਂ ਨੂੰ ਵੀ ਇਹੀ ਰਿਕੁਐਸਟ ਆ ਕਿ ਤੁਸੀਂ ਕਮਾਈ ਕਰੋ, ਖੂਬ ਕਮਾਈ ਕਰੋ। ਕਮਾਈ ਕਰਕੇ ਤੁਸੀਂ ਜਦੋਂ ਬਾਅਦ ਵਿੱਚ ਕੁਝ ਸਾਲ ਲਾ ਕੇ ਪੰਜਾਬ ਵਾਪਸ ਆਓ ਤੇ ਇੱਥੇ ਸੈਟਲ ਹੋਵੋ, ਕਿਉਂਕਿ ਇਹ ਸਾਡੇ ਗੁਰੂਆਂ ਦੀ, ਸਾਡੇ ਬਜ਼ੁਰਗਾਂ ਦੀ, ਸੰਤਾਂ ਦੀ, ਸਿਪਾਹੀਆਂ ਦੀ ਧਰਤੀ ਆ, ਤੇ ਇਹ ਧਰਤੀ ਦੇ ਉੱਤੇ ਰਹਿਣਾ ਸਾਡਾ ਬਹੁਤ ਜ਼ਰੂਰੀ ਆ। ਬਾਕੀ ਆਪਾਂ ਦੁਨਿਆਵੀ ਤੌਰ ਤੇ ਵੇਖਦੇ ਹਾਂ ਵੀ ਮੈਂ ਤਾਂ ਇਹ ਵੀ ਦੇਖਦਾ ਪਿੰਡਾਂ 'ਚ ਵੀ ਜਿਹੜੇ ਪਰਿਵਾਰ ਸ਼ਹਿਰਾਂ 'ਚ ਜਾ ਕੇ ਸੈਟਲ ਹੋ ਗਏ ਨਾ, ਤੁਸੀਂ ਵਿਦੇਸ਼ ਨੂੰ ਛੱਡੋ, ਉਹਨਾਂ ਦੀ ਵੀ, ਸ਼ਹਿਰ ਵਾਲਿਆਂ ਦੀ ਵੀ ਤੀਜੀ ਪੀੜ੍ਹੀ ਨੂੰ ਪਿੰਡ ਬਾਰੇ ਨਹੀਂ ਪਤਾ, ਸਾਡਾ ਪੁਰਾਣਾ ਘਰ ਕਿੱਥੇ ਆ। ਤੋ ਇਸ ਕਰਕੇ ਉਹ ਮੋਹ ਸਾਡਾ ਪੰਜਾਬ ਨਾਲ ਹੋਣਾ ਚਾਹੀਦਾ। ਠੀਕ ਹੈ, ਸ਼ੁਕਰੀਆ ਟੋਟੀ ਸਾਹਿਬ, ਬਹੁਤ ਤਮਾਮ ਜਾਣਕਾਰੀ ਦੇ ਲਈ ਧੰਨਵਾਦ ਤੁਹਾਡਾ। ਸੋ ਇਹ ਸੀਗੇ ਸਰਬਜੀਤ ਸਿੰਘ ਟੋਟੀਆਂ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਬਾਬਾ ਵੀਰ ਸਿੰਘ ਨਰੰਗਾਬਾਦ ਦੇ ਜੀਵਨ ਬਾਰੇ, ਕਿ ਉਹ ਸ਼ਖਸੀਅਤ ਕਿਵੇਂ ਦੀ ਸੀਗੀ ਤੇ ਸੰਤ ਸਿਪਾਹੀ ਸ਼ਖਸੀਅਤ ਸੀਗੀ। ਉਹਨਾਂ ਦੇ ਜੀਵਨ ਤੋਂ ਸੇਧ ਲੈਣ ਦੀ ਲੋੜ ਹੈ, ਕਿਉਂਕਿ ਉਹਨਾਂ ਨੇ ਭਰਾ ਮਾਰੂ ਜੰਗ ਜਿਹੜੀ ਅੱਜ ਚੱਲ ਰਹੀ ਹੈ ਉਸ ਨੂੰ ਉਹਦੇ ਤੋੜ ਦੇ ਲਈ, ਭਰਾ ਮਾਰੂ ਜੰਗ ਰੋਕਣ ਦੇ ਲਈ ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਸੋ ਇਹ ਸਾਰੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਸ਼ੇਅਰ ਵੀ ਕਰਿਓ ਤਾਂ ਕਿ ਤੁਹਾਡੇ ਬੱਚੇ ਜਿਹੜੇ ਨੇ ਉਹ ਬੱਚੇ ਆਪਣੇ ਇਤਿਹਾਸ ਨਾਲ ਜੁੜ ਸਕਣ। ਬਾਬਾ ਵੀਰ ਸਿੰਘ ਉਹਨਾਂ ਦਾ ਜੀਵਨ ਜਿਹੜਾ ਹੈ ਉਹ ਸਿੱਖਿਆਦਾਇਕ ਜੀਵਨ ਰਿਹਾ ਹੈ, ਬਹੁਤ ਪੈਰ ਪੈਰ ਤੇ ਉਹਨਾਂ ਨੇ ਸਿੱਖਿਆ ਦਿੱਤੀ ਹੈ, ਬਹੁਤ ਹਲੀਮੀ ਨਾਲ ਜੀਵਨ ਜਿਹੜਾ ਹੈ ਬਤੀਤ ਕੀਤਾ ਹੈ। ਸੋ ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ, ਸਾਨੂੰ ਦਿਓ ਇਜਾਜ਼ਤ, ਧੰਨਵਾਦ।